क्षमादान। रेडियो पंजाब ਦੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਦਿਨ ਹੈ ਸੋਮਵਾਰ, ਤਰੀਕ ਹੈ 25 ਸਤੰਬਰ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਅਮਰੀਕਾ ਦੀ ਮਸ਼ਹੂਰ ਲਾ ਫਰਮ ਗੈਲ ਐਂਡ ਗੈਲ ਵੱਲੋਂ, ਜਿਹੜੇ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਅਸਾਈਲਮ ਦਵਾ ਚੁੱਕੇ ਨੇ, ਪੱਕਾ ਕਰਵਾ ਚੁੱਕੇ ਨੇ, ਉਹਨਾਂ ਦੇ ਪਰਿਵਾਰ ਮੰਗਵਾ ਚੁੱਕੇ ਨੇ ਉੱਥੇ। ਤੁਸੀਂ ਜੇਕਰ ਨਿਊਯਾਰਕ ਦੇ ਸਮੇਂ ਮੁਤਾਬਕ ਗੱਲ ਕਰਨੀ ਹੈ, ਦਫ਼ਤਰ ਦਾ ਨੰਬਰ ਹੈ 2126192859, ਜਾਂ ਫਿਰ ਕਿਸੇ ਵੀ ਸਮੇਂ ਤੁਸੀਂ ਇਹਨਾਂ ਦੇ WhatsApp ਕਾਲ ਕਰ ਸਕਦੇ ਹੋ। ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਨਾਲ +1 718 612 1188 ਤੇ ਤੁਸੀਂ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੇ ਅਕਾਊਂਟਸ ਦੇ ਲਈ ਜਾਂ ਨਵੀਂ ਫਰਮ ਰਜਿਸਟਰਡ ਕਰਾਉਣ ਦੇ ਲਈ ਵੀ ਤੁਸੀਂ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨੂੰ 2535208886 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਹੈ ਜੀ 24915 104 ਐਵਨਿਊ ਕੈਂਟ, ਵਾਸ਼ਿੰਗਟਨ ਦੇ ਵਿੱਚ। ਸ਼ਟਲ ਦੀ ਮਸ਼ਹੂਰ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਕਿ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਚੰਗੇ ਬੋਨਸ ਦੇ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜੀ। ਜਗਦੇਵ ਸੰਧੂ ਹੋਰਾਂ ਨੂੰ 2532666924 ਜਾਂ ਗੁਰਵਿੰਦਰ ਧਾਲੀਵਾਲ ਦੇ ਨਾਲ 2063544060 ਤੇ ਕਾਲ ਕਰਕੇ ਤੁਸੀਂ ਪਤਾ ਕਰ ਲਓ ਕਿ ਕਿੰਨੀ ਹਾਇਰਿੰਗ ਚੱਲ ਰਹੀ ਹੈ, ਕੀ ਰੇਟ ਸ਼ੇਟ ਹੈ। ਸੋ ਤਮਾਮ ਤੁਹਾਨੂੰ ਇਹ ਜਾਣਕਾਰੀ ਦੇਣਗੇ। ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਉੱਠਦਾ ਬੁੱਲ ਵੇਖ ਕੇ ਕਹਿੰਦਾ ਕਦੋਂ ਥੱਲੇ ਟੁੱਟੂ ਅਖੀਰ ਟੁੱਟ ਗਿਆ। ਪੁਰਾਣੇ ਯਾਰ ਨੇ ਯਾਰੀ ਤੋੜਤੀ, ਇਕੱਠਿਆਂ ਨਵੀਂ ਪਾਰਟੀ ਬਣਾਈ ਸੀ। ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਮਿੱਟੀ ਚੁੱਕ ਕੇ ਬਸੰਤੀ ਪੱਗ ਬੰਨ੍ਹ ਕੇ ਤੁਰੇ ਸੀ। ਤੇ ਅੱਜ ਫਿਰ ਜਦੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਿਆ ਤੇ ਉਹਨੇ ਆਪਦੇ ਸਿਆਸੀ ਗੁਰੂ ਮਨਪ੍ਰੀਤ ਸਿੰਘ ਬਾਦਲ ਨੂੰ ਅਖੀਰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਦਾਨੇਵਾਲੀਆ ਸਾਹਿਬ, ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਬੰਦ ਕਰਾਂ ਜੀ। ਮਨਪ੍ਰੀਤ ਸਿੰਘ ਬਾਦਲ ਦੀ ਜੇ ਆਪਾਂ ਗੱਲ ਕਰੀਏ ਤੇ ਮੇਰੇ ਸਮਾਂ ਯਾਦ ਆਉਂਦਾ ਹੈ 1995। ਉਹ ਬਾਈ ਇਲੈਕਸ਼ਨ 1995 ਦੇ ਵਿੱਚ ਇੱਕ ਫੌਜਦਾਰੀ ਕੇਸ ਦੇ ਵਿੱਚ ਸਜ਼ਾ ਹੋ ਜਾਂਦੀ ਹੈ। 1995 ਤੋਂ ਪਹਿਲਾਂ ਰਘਵੀਰ ਸਿੰਘ ਨੂੰ, ਜਿਹੜੇ ਉਸ ਵੇਲੇ ਦੇ MLA ਹੁੰਦੇ ਸੀ ਜੀ ਗਿੱਦੜਬਾਹਾ ਤੋਂ, ਉਹ ਸਜ਼ਾ ਹੋਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਤੇ ਸੀਟ ਉਹਨਾਂ ਦੀ ਖਾਲੀ ਹੋ ਜਾਂਦੀ ਹੈ, ਡਿਸਕੁਆਲੀਫਾਈ ਹੋ ਗਏ ਤੇ ਵਾਈ ਇਲੈਕਸ਼ਨ ਆ ਗਈ ਜੀ। ਇਹ ਉਹ ਦੌਰ ਸੀ ਜਿਸ ਦੌਰ ਦੇ ਵਿੱਚ ਅਕਾਲੀ ਦਲ ਦੀ ਹਾਲਤ ਜਿਹੀ ਜੀ ਅੱਜ ਹੈ, ਲਗਭਗ ਇਹੋ ਜਿਹੀ ਹਾਲਾਤ ਸੀ ਜੀ। ਕਿਉਂਕਿ 92 ਦੀਆਂ ਚੋਣਾਂ ਦਾ ਇਹਨਾਂ ਨੇ ਬਾਈਕਾਟ ਕਰ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਹੈਗੀ ਹੈ ਪਾਲਿਸੀ ਦੂਰੀ, ਉਹ ਖਾੜਕੂਆਂ ਦੇ ਖਿਲਾਫ ਵੀ ਸੀ ਤੇ ਖਾੜਕੂਆਂ ਦੇ ਹੱਕ ਵੀ ਸੀ। ਜੇ ਸਰਕਾਰ ਉੱਤੋਂ ਦੀ ਪੈਂਦੀ ਹੈ ਤਾਂ ਉਹ ਖਾੜਕੂ ਵਾਲੇ ਪਾਸੇ, ਤੇ ਜੇ ਖਾੜਕੂ ਉੱਤੋਂ ਦੀ ਪੈਂਦੀ ਹੈ ਤਾਂ ਉਹ ਸਰਕਾਰ ਵਾਲੇ ਪਾਸੇ। ਜੇ ਲੋੜ ਪੈਂਦੀ ਹੈ ਤਾਂ ਖਾੜਕੂਆਂ ਨੂੰ ਕ੍ਰਿਟੀਸਾਈਜ਼ ਵੀ ਕਰ ਦਿੰਦੇ ਸੀ, ਤੇ ਜੇ ਕੋਈ ਖਾੜਕੂ ਸ਼ਹੀਦ ਹੋ ਜਾਂਦਾ ਸੀ ਜਾਂ ਮਰ ਜਾਂਦਾ ਸੀ ਤੇ ਉਹਦੇ ਭੋਗ ਤੇ ਵੀ ਜਾਂਦੇ ਸੀ। ਤੇ ਜੇ ਇਲੈਕਸ਼ਨ ਦੇ ਵਿੱਚ ਲੋੜ ਹੁੰਦੀ ਤੇ ਫਿਰ ਖਾੜਕੂਆਂ ਦੇ ਮਾਪਿਆਂ ਨੂੰ ਵੀ ਪਰਲੋਸ ਕੇ ਤੇ ਉਹਨਾਂ ਨੂੰ ਨਾਲ ਤੋਰ ਲਏ ਜਾਂਦੇ ਸੀ। ਮੇਰੇ ਯਾਦ ਹੈ ਇੱਕ ਵਾਰੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਬਾਪ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਾਲ ਤੋਰ ਲਿਆ ਸੀ ਜੀ। ਕਿਉਂਕਿ ਬੇਅੰਤ ਸਿੰਘ ਇੱਕ ਧੱਕੜ ਚੀਫ ਮਿਨਿਸਟਰ ਸੀ, ਇੰਡੀਅਨ ਸਟੇਟ ਪੂਰੀ ਤਰ੍ਹਾਂ ਉਹਦੀ ਮਦਦ ਦੇ ਉੱਤੇ ਸੀ, ਪੂਰੀ ਥਾਪਣਾ ਸੀ। ਔਰ ਇਹ ਸੀ ਕਿ ਕ੍ਰਸ਼ ਕਰਨਾ ਟੈਰਰਿਜ਼ਮ ਨੂੰ, ਜਿਹਨੂੰ ਉਹ ਟੈਰਰਿਜ਼ਮ ਕਹਿੰਦੇ। ਇਹ ਖਾੜਕੂ ਸੰਘਰਸ਼, ਸਿੱਖਾਂ ਦਾ ਸੰਘਰਸ਼ ਕਹਿੰਦੇ ਹੁੰਦੇ ਸੀ। ਆਪਾਂ ਉਹਦੇ ਡਿਟੇਲ 'ਚ ਨਹੀਂ ਆਉਂਦੇ। ਤਾਂ ਉਸ ਵੇਲੇ ਬੇਅੰਤ ਸਿੰਘ ਇੱਕ ਹੀਰੋ ਦੇ ਰੂਪ ਵਿੱਚ ਉਭਰਿਆ ਸੀ, ਖਾਸ ਕਰਕੇ ਹਿੰਦੂ ਕਮਿਊਨਿਟੀ। ਹਾਲਾਂਕਿ ਜਿਹੜੀਆਂ ਵੋਟਾਂ ਟੋਟਲ ਮੇਰੇ ਖਿਆਲ 10% ਦੇ ਬਣ ਗਈਆਂ ਸੀ ਤੇ 500 ਵਾਲੇ ਤਾਂ MLA ਬਣ ਗਏ ਸੀ। 500 ਵਾਲੇ MLA ਬਣ ਗਏ ਸੀ। ਇਹ ਵੀ ਜੇ ਦਾਨੇਵਾਲੀਆ ਸਾਹਿਬ ਆਪਾਂ ਦੇਖੀਏ ਕਿ ਉਹ ਜਿਹੜੀ ਹੈ 10% ਵੋਟਾਂ ਪਈਆਂ ਸੀ। ਅਸਲ ਦੇ ਵਿੱਚ ਉਸ ਵੇਲੇ ਬੇਅੰਤ ਸਿੰਘ ਨੂੰ ਇੰਡੀਅਨ ਸਟੇਟ ਦੇ ਕਹਿਣ ਦੇ ਉੱਤੇ ਮੁੱਖ ਧਾਰਾ ਦੀ ਅਕਾਲੀ ਦਲ ਨੇ ਜੀ ਵੀ ਉਹਦੇ ਵਿੱਚ ਯੋਗਦਾਨ ਪਾਇਆ ਸੀ, ਵੀ ਇਹ ਬਾਈਕਾਟ ਕਰ ਗਏ ਸੀ ਕਿ ਹਾਂ, ਕਿਉਂਕਿ 1991 ਦੀ ਇਲੈਕਸ਼ਨ ਅਕਾਲੀ ਦਲ ਲੜਦਾ ਹੈ ਤੇ 92 ਦੀ ਬਾਈਕਾਟ ਕਰਦਾ ਹੈ। 92 ਦੀ ਬਾਈਕਾਟ ਕਰਨ ਦਾ ਮਤਲਬ ਇਹ ਸੀ ਕਿ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਜਾਂ ਸੁਖਦੇਵ ਸਿੰਘ ਢੀਂਡਸਾ ਤੋਂ ਉਹ ਕੰਮ ਨਹੀਂ ਸੀ ਹੋਣਾ ਜਿਹੜਾ ਬੇਅੰਤ ਸਿੰਘ ਕਰ ਸਕਦਾ ਸੀ। ਔਰ ਬੇਅੰਤ ਸਿੰਘ ਦਾ ਅੰਤ ਵੀ ਇਸੇ ਕਰਕੇ ਹੋਇਆ। ਬੇਅੰਤ ਸਿੰਘ KPS ਗਿੱਲ ਦੀ ਜੋੜੀ ਨੇ ਪੂਰੀ ਤਰ੍ਹਾਂ ਨਾਲ, ਮਤਲਬ ਜਿਹਨੂੰ ਆਪਾਂ ਕਹਿ ਦਈਏ ਬੇਦਰਦੀ ਦੇ ਨਾਲ, ਇੱਥੇ ਜਿਹੜਾ ਹੈਗਾ ਖਾੜਕੂ ਸੰਘਰਸ਼ ਨੂੰ ਕੁਚਲਿਆ
ਤਾਂ ਉਹਦਾ ਨਤੀਜਾ ਹੋਇਆ ਕਿ ਜਦੋਂ ਬਾਈ ਇਲੈਕਸ਼ਨ ਆ ਗਈ ਤੇ ਉਸ ਬਾਈ ਇਲੈਕਸ਼ਨ ਦੇ ਵਿੱਚ ਕਿਹਨੂੰ ਟਿਕਟ ਦਿੱਤੀ ਜਾਵੇ ਕਾਂਗਰਸ ਪਾਰਟੀ ਵੱਲੋਂ। ਇਹ ਕਾਂਗਰਸ ਪਾਰਟੀ ਸੋਚਦੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਸੋਚਿਆ ਕਿ ਹੁਣ ਇਸ ਵੇਲੇ ਜੀ ਜਿਹੜਾ ਹੈਗਾ ਤਰੁੱਪ ਦਾ ਪੱਤਾ ਇਸਤੇਮਾਲ ਕੀਤਾ ਜਾਵੇ ਜੀ। ਗਿੱਦੜਬਾਹਾ ਬਾਈ ਜਿਹੜੀ ਕੰਸਟੀਚੂਐਂਸੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਆਪਦੀ ਕੰਸਟੀਚੂਐਂਸੀ ਸੀ, ਜੱਦੀ ਕੰਸਟੀਚੂਐਂਸੀ। 1957 ਚੋਂ ਪਹਿਲੀ ਵਾਰੀ ਜੋ ਚੋਣ ਲੜੀ ਹੈ ਉਦੋਂ ਵੀ ਗਿੱਦੜਬਾਹਾ ਇਹਨਾਂ ਦੀ ਕੰਸਟੀਚੂਐਂਸੀ ਦਾ ਹਿੱਸਾ ਹੁੰਦਾ ਸੀ ਤੇ ਇਹਨਾਂ ਨੇ ਮੇਰੇ ਖਿਆਲ ਮੁਤਾਬਕ ਜਿਹੜੀ ਹੈਗੀ ਹੈ ਜਿਹੜੀ ਉਹ ਇਲੈਕਸ਼ਨ ਹਾਰੀ ਹੈ 1967 ਚ ਇੱਕ ਵਾਰੀ ਹਾਰੀ ਸੀ ਥੋੜ੍ਹੀਆਂ ਜਿਹੀਆਂ ਵੋਟਾਂ ਤੇ ਹਰਚਰਨ ਸਿੰਘ ਬਰਾੜ ਤੋਂ ਜੀ। ਫਿਰ ਦੋਨਾਂ ਪਰਿਵਾਰਾਂ ਦਾ ਸਮਝੌਤਾ ਹੋ ਗਿਆ ਸੀ ਆਪਸ ਵਿੱਚ ਕਿ ਆਪਾਂ ਇੱਕ ਦੂਜੇ ਦੇ ਖਿਲਾਫ ਚੋਣ ਨਹੀਂ ਲੜਨੀ ਤੇ ਬਾਦਲ ਸਾਹਿਬ ਦਾ ਏਕਾਧਿਕਾਰ ਬਣ ਗਿਆ ਸੀ। 92 ਦੀਆਂ ਇਲੈਕਸ਼ਨ 'ਚ ਰਘੁਵੀਰ ਸਿੰਘ ਇਸ ਕਰਕੇ ਜਿੱਤ ਗਿਆ ਸੀ ਕਿਉਂਕਿ ਅਕਾਲੀ ਦਲ ਦਾ ਬਾਈਕਾਟ ਸੀ ਔਰ ਉਸ ਬਾਈਕਾਟ ਤੋਂ ਬਾਅਦ ਵੀ ਕਿਹਨੂੰ ਖੜਾ ਕਰੀਏ ਤੇ ਫਿਰ ਉਹਨੇ ਕਿਹਾ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਖੜਾ ਕੀਤਾ ਜਾਵੇ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਖੜਾ ਕੀਤਾ। ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਲੋਕ ਬਹੁਤ ਵਿਦਵਾਨ ਬੁੱਧੀਜੀਵੀ ਤੇ ਬੜਾ ਅਸੂਲ ਪ੍ਰਸਤ ਸਮਝਦੇ ਰਹੇ ਜੀ। ਲੇਕਿਨ ਮੇਰਾ ਮਨਪ੍ਰੀਤ ਬਾਰੇ ਐਨਾਲਿਸਿਸ ਸ਼ੁਰੂ ਤੋਂ ਇਹ ਹੈ ਕਿ ਇਹ ਮੌਕੇ ਦੀ ਨਜਾਕਤ ਨੂੰ ਦੇਖ ਕੇ ਕੁਝ ਵੀ ਫੈਸਲਾ ਲੈ ਸਕਦੇ ਹੈ। ਉਹਨਾਂ ਦਿਨਾਂ 'ਚ ਲੋੜ ਸੀ ਕਿਉਂਕਿ ਸਿੱਖ ਮਾਸਿਸ ਦੇ ਵਿੱਚ ਸਰਕਾਰ ਪ੍ਰਤੀ ਗੁੱਸਾ ਸੀ। ਸਿੱਖ ਮਾਸਿਸ ਦੀਆਂ ਵੋਟਾਂ ਹਾਸਲ ਕਰਨੀਆਂ ਸੀ। ਵੋਟਾਂ ਹਾਸਲ ਕਰਨ ਵਾਸਤੇ ਜ਼ਰੂਰੀ ਸੀ ਕਿ ਸਿੱਖੀ ਰੂਪ ਅਖਤਿਆਰ ਕੀਤਾ ਜਾਵੇ। ਦਾੜੀ ਤਾਂ ਅੱਜ ਵੀ ਕਤਰੀ ਹੈ ਮਨਪ੍ਰੀਤ ਸਿੰਘ ਬਾਦਲ ਦੀ ਤੇ ਉਦੋਂ ਵੀ ਕਤਰੀ ਸੀ ਤੇ ਉਸ ਵੇਲੇ ਮਨਪ੍ਰੀਤ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਅੰਮ੍ਰਿਤਪਾਨ ਕੀਤਾ ਸੀ। ਇਹਨਾਂ ਦੀ ਕਿਰਪਾਨ ਪਾਈ ਹੁੰਦੀ ਸੀ। ਪੁਰਾਣੇ ਪੱਤਰਕਾਰ ਪੁਰਾਣੇ ਲੋਕ ਜਾਣਦੇ ਇਹ ਕੰਪੇਨ ਆਪਦੀ ਕਰਦੇ ਹੁੰਦੇ ਸੀ। ਨਤੀਜਾ ਇਹ ਹੋਇਆ ਕਿ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਆ ਗਿਆ ਤੇ 2-2.5 ਵੋਟਾਂ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਜਿੱਤ ਗਏ। ਤੇ ਸਭ ਤੋਂ ਪਹਿਲਾ ਕੰਮ ਜਿਹੜਾ ਜਿੱਤਣ ਤੋਂ ਕੀਤਾ ਉਹ ਇਹ ਸੀ ਕਿ ਜਿਹੜਾ ਗਾਤਰਾ ਸਾਹਿਬ ਪਾਇਆ ਹੋਇਆ ਸੀ ਉਹ ਲਾਇਆ। ਉਹ ਲਾਉਣ ਤੋਂ ਬਾਅਦ ਚਲੋ ਜੀ ਅਗਲੀ ਇਲੈਕਸ਼ਨ ਆ ਗਈ 97 ਤੋਂ ਬਾਅਦ ਫਿਰ 95 ਤੋਂ ਬਾਅਦ 97 ਵਾਲੀ ਹੈਗੀ ਤੇ 97 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਫੇਰ ਜਿੱਤ ਗਏ ਤੇ ਫਿਰ ਮਨਪ੍ਰੀਤ ਸਿੰਘ ਬਾਦਲ ਬਣਦੇ ਹੈ ਵਿੱਤ ਮੰਤਰੀ ਔਰ ਵਿੱਤ ਮੰਤਰੀ ਬਣ ਕੇ ਜਿਸ ਕਿਸਮ ਦੇ ਭਾਸ਼ਣ ਕਰਦੇ ਹੁੰਦੇ ਸੀ ਜੀ ਲੋੜ ਹੈ ਜੀ ਆ ਫਲਾਣਾ ਧਮਕਾ ਮਕਾ ਸਾਰਾ ਕੁਛ ਕਰਦੇ। 2002 ਤੋਂ ਬਾਅਦ ਫਿਰ 2002 ਦੀ ਚੋਣ ਹੁੰਦੀ ਹੈ ਅਕਾਲੀ ਦਲ ਉਹ ਚੋਣਾਂ ਹਾਰ ਗਏ ਤੇ ਫਿਰ 2007 ਦੀ ਆਉਂਦੀ ਹੈ ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਫੇਰ ਜਿੱਤ ਜਾਂਦੇ ਹੈ ਤੇ ਉਹ ਚੋਣ ਜਿੱਤਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦੇ ਫਿਰ ਕੁਝ ਡਿਫਰੈਂਸਿਸ ਹੋ ਜਾਂਦੇ ਹੈ ਘਰੇਲੂ। ਉਹ ਡਿਫਰੈਂਸਿਸ ਨੂੰ ਕੋਈ ਮੁੱਦਿਆਂ ਦੀ ਗੱਲ ਕਹਿੰਦਾ ਕੋਈ ਲੇਕਿਨ ਕਾਰਨ ਕੁਝ ਹੋਰ ਹੀ ਸੀ। ਉਹ ਡਿਫਰੈਂਸਿਸ ਆਉਣ ਤੋਂ ਬਾਅਦ ਇਹ ਅਕਾਲੀ ਦਲ ਨੂੰ ਛੱਡ ਦਿੰਦੇ ਤੇ ਅਕਾਲੀ ਦਲ ਨੂੰ ਛੱਡਣ ਤੋਂ ਪਹਿਲਾਂ ਇਹਨਾਂ ਨੇ ਅਖਬਾਰਾਂ ਦੇ ਵਿੱਚ ਆਰਟੀਕਲ ਲਿਖਣੇ ਸ਼ੁਰੂ ਕਰਤੇ ਸੀ। ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ ਜਿਹਦੇ ਵਿੱਚ ਇਹਨਾਂ ਨੇ ਅਕਾਲੀ ਦਲ ਦੀਆਂ ਜਿਹੜੀਆਂ ਇਕਨੋਮਿਕ ਪਾਲਿਸੀ ਸੀ ਉਹਦੇ ਨਾਲ ਅਸਹਿਮਤੀ ਪ੍ਰਗਟ ਕੀਤੀ ਸੀ। ਨਤੀਜਾ ਇਹ ਹੋ ਗਿਆ ਕਿ ਫਿਰ ਅਕਾਲੀ ਦਲ ਨੇ ਐਕਸ਼ਨ ਲਿਆ। ਉਹ ਛੱਡਣਾ ਚਾਹੁੰਦਾ ਸੀ ਅਕਾਲੀ ਦਲ ਰੱਖਣਾ ਨਹੀਂ ਚਾਹੁੰਦਾ ਸੀ। ਭਰਾਵਾਂ ਦੀ ਆਪਸ ਵਿੱਚ ਮਤਲਬ ਜਿਹੜੀ ਹੈਗੀ ਹੈ ਅਣਬਣ ਇੰਨੀ ਜ਼ਿਆਦਾ ਹੋ ਗਈ ਸੀ ਕਿ ਦੋਨੇ ਭਰਾ ਵੱਡੇ ਜੀ ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਨਹੀਂ ਸੀ ਚਾਹੁੰਦੇ ਕਿ ਪਰਿਵਾਰ ਟੁੱਟੇ ਲੇਕਿਨ ਛੋਟੇ ਭਰਾਵਾਂ ਦੀ ਆਪਸ ਵਿੱਚ ਇੰਨੀ ਜਿਹੜੀ ਹੈ ਛੋਟੇ ਖਾਨਦਾਨ ਦੇ ਵੱਡੇ ਛੋਟੇ ਭਰਾ ਦੇ ਇੰਨੇ ਇੱਕ ਮਤਭੇਦ ਆ ਗਏ ਸੀ ਕਿ ਇਹਨਾਂ ਨੂੰ ਛੱਡਣਾ ਪੈ ਗਿਆ। ਤੁਸੀਂ ਜ਼ਿਕਰ ਕੀਤਾ ਹੈ ਉਸ ਵੇਲੇ ਭਗਵੰਤ ਸਿੰਘ ਮਾਨ ਇੱਕ ਕਲਾਕਾਰ ਸੀ ਤੇ ਫਿਰ ਦੋਨਾਂ ਦੀ ਨੇੜਤਾ ਹੁੰਦੀ ਹੈ। ਭਗਵੰਤ ਸਿੰਘ ਮਾਨ ਤੇ ਮਨਪ੍ਰੀਤ ਸਿੰਘ ਬਾਦਲ ਇੱਕ ਪਾਰਟੀ ਬਣਾਉਂਦੇ ਆ ਜਿਹਦਾ ਨਾਂ ਸੀ ਪੀਪਲਜ਼ ਪਾਰਟੀ ਆਫ ਪੰਜਾਬ। ਪੀਪਲਜ਼ ਪਾਰਟੀ ਆਫ ਪੰਜਾਬ ਦੀ ਸ਼ੁਰੂਆਤ ਹੁੰਦੀ ਹੈ ਖਟਕੜ ਕਲਾਂ ਪਿੰਡ ਦੇ ਵਿੱਚੋਂ ਜਿੱਥੇ ਬਹੁਤ ਵੱਡਾ ਇਕੱਠ ਹੋਇਆ ਸੀ ਔਰ ਉਹੀ ਬਸੰਤੀ ਪੱਗਾਂ ਜਿਹੜੀਆਂ ਅੱਜ ਆਮ ਆਦਮੀ ਪਾਰਟੀ ਵਾਲੇ ਦੇ ਵੱਜੀਆਂ ਹੋਈਆਂ ਅਸਲ ਦੇ ਵਿੱਚ ਇਹ ਬਸੰਤੀ ਪੱਗ ਉਦੋਂ ਦੀ ਹੈ ਜੀ। ਔਰ ਉਦੋਂ ਪੱਗ ਬੰਨ੍ਹ ਕੇ ਤੇ ਫਿਰ ਇਹਨਾਂ ਨੇ ਕਿਹਾ ਧਰਤੀ ਦੀ ਚੁੱਕੀ ਮਿੱਟੀ ਕਸਮ ਖਾਦੀ ਕਿ ਅਸੀਂ ਜੀ ਨਿਜ਼ਾਮ ਬਦਲ ਦਿਆਂਗੇ। ਦਾਨੇਵਾਲੀਆ ਸਾਹਿਬ ਸਾਡੇ ਜਿਹੜੇ ਸੁਣਨ ਵਾਲੇ ਉਹ ਜਾਣਦੇ ਹੋਣਗੇ ਆਪਾਂ ਉਦੋਂ ਕਹਿੰਦੇ ਸੀ ਕਿ ਨਿਜ਼ਾਮ ਤਾਂ ਬਦਲੇ ਨਾ ਬਦਲੇ ਪਰ ਨਮਾਜ਼ ਜ਼ਰੂਰ ਬਦਲ ਜਾਓ ਤੇ ਹੁਣ ਨਮਾਜ਼ ਬਦਲਣ ਵਾਲੀ ਗੱਲ ਆ ਗਈ। ਚਲੋ ਅਗਾਂਹ 2014 ਦੀ ਇਲੈਕਸ਼ਨ ਆਉਂਦੀ ਹੈ। 2012 ਦੇ ਵਿੱਚ ਜੋ ਇਹਨਾਂ ਨੂੰ ਸੀ ਕਿ ਅਸੀਂ ਬਹੁਤ ਵਧੀਆ ਆਪਦੀ ਪਰਫਾਰਮ ਕਰਾਂਗੇ ਉਹ ਨਹੀਂ ਕਰ ਸਕੇ। ਇਹ ਇੰਨੀਆਂ ਕੁ ਵੋਟਾਂ ਲੈ ਗਏ ਸੀ ਕਿ ਜਿਨ੍ਹਾਂ ਵੋਟਾਂ ਦੇ ਨਾਲ ਅਕਾਲੀ ਦਲ ਦੁਬਾਰਾ ਰਿਪੀਟ ਕਰ ਗਿਆ ਜੀ ਔਰ ਕਾਂਗਰਸ ਪਾਰਟੀ ਹਾਰ ਗਈ ਸੀ। ਤੇ ਮੇਰੇ ਖਿਆਲ ਮੁਤਾਬਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਦੇ ਵਿੱਚ ਉਹ ਇਲੈਕਸ਼ਨ ਜਿਹੜਾ ਜਿੱਤਣਾ ਸੀ ਉਹ ਸਭ ਤੋਂ ਘਾਤਕ ਸਾਬਤ ਹੋਇਆ ਕਿਉਂਕਿ ਉਸੇ ਇਲੈਕਸ਼ਨ ਦੇ ਦੌਰਾਨ ਜਿਹੜੀ ਉਹ ਜਿੱਤੀ ਉਹਨਾਂ ਦੀ ਸਰਕਾਰ ਬਣੀ ਤੇ ਉਸ ਸਰਕਾਰ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ। ਉਹਨਾਂ ਘਟਨਾਵਾਂ ਦਾ ਖਮਿਆਜ਼ਾ ਅੱਜ ਬਾਦਲ ਪਰਿਵਾਰ ਸਮੁੱਚੇ ਰੂਪ ਦੇ ਵਿੱਚ ਭੁਗਤੀ ਜਾਂਦਾ ਹੈ। ਲਓ ਜੀ 2014 ਦੀ ਇਲੈਕਸ਼ਨ ਆ ਗਈ। 2014 ਦੀ ਇਲੈਕਸ਼ਨ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੋਕਸੀ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੀ ਚੋਣ ਨਿਸ਼ਾਨ ਤੇ ਲੜੀ ਸੀ। ਕਹਿੰਦੇ ਜੀ ਸਾਡਾ ਤਾਂ ਚੋਣ ਨਿਸ਼ਾਨ ਜਾਮ ਕਰਤਾ ਕਿ ਕਰਵਾਇਆ ਗਿਆ ਇਹਦਾ ਰੱਬ ਜਾਣਦਾ। ਇਹ ਵੀ ਰੱਬ ਜਾਣਦਾ ਕਿਉਂਕਿ ਇਹ ਰੱਬ ਇਸ ਕਰਕੇ ਜਾਣਦਾ ਕਿ ਇਹ ਜਿਹੜੀ ਪਿੱਛੇ 2022 ਵਾਲੀ ਚੋਣ ਹੋਈ ਸੀ ਇਸ ਚੋਣ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਕੰਪੇਨ ਕਰਨ ਆਏ ਸੀ ਆਪਣੇ ਕੈਂਡੀਡੇਟ ਦੇ ਹੱਕ ਵਿੱਚ
ਤੇ ਉਸ ਵੇਲੇ ਅਕਾਲੀ ਦਲ ਦੇ ਕੈਂਡੀਡੇਟ ਨੇ ਵਪਾਰੀਆਂ ਦੀ ਮੀਟਿੰਗ ਦੇ ਵਿੱਚ ਹੀ ਸਵਾਲ ਕਰਤਾ ਸੀ ਸੁਖਬੀਰ ਸਿੰਘ ਬਾਦਲ ਨੂੰ ਕਿ ਬਾਦਲ ਸਾਹਿਬ ਇਹ ਦੱਸੋ ਤੁਹਾਡਾ ਕੈਂਡੀਡੇਟ ਮੈਂ ਕਿ ਮਨਪ੍ਰੀਤ ਸਿੰਘ ਬਾਦਲ ਹੈ। ਉਹ ਜਿਹੜੀ ਉਹਨੇ ਗੱਲ ਕਹੀ ਸੀ, ਉਹ ਤੋਂ ਪਤਾ ਲੱਗਦਾ ਕਿ ਅਸਲ ਦੇ ਵਿੱਚ ਪਰਿਵਾਰ ਜਿਹੜਾ ਹੈ ਨਾ ਉਹ ਰਾਜ ਸੀ, ਜਿਹੜੀ ਜੁਗਲਬੰਦੀ ਉਹਦੇ ਵਿੱਚ, ਉਹ ਜੁਗਲਬੰਦੀ ਦੇ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੈ ਔਰ ਉਹਦੇ ਮੁਤਾਬਕ ਚੱਲਦੇ ਸੀ। ਖੈਰ ਉਹ ਹੋਇਆ ਕੀਤਾ ਜੀ। ਉਹ ਤੋਂ ਬਾਅਦ 2019 ਦੀ ਇਲੈਕਸ਼ਨ ਆ ਗਈ, ਪਾਰਲੀਮੈਂਟ ਦੀ ਫੇਰ ਲੜੀ ਤੇ ਬਾਦਲ ਸਾਹਿਬ ਫੇਰ ਹਾਰ ਗਏ ਸੀ। ਉਹ ਤੋਂ ਪਹਿਲਾਂ 2017 ਦੇ ਵਿੱਚ ਇਹਨਾਂ ਨੇ ਪਾਰਲੀਮੈਂਟ ਦੀ ਆਪਣੀ ਅਸੈਂਬਲੀ ਦੀ ਚੋਣ ਲੜ ਲਈ ਔਰ ਕੈਪਟਨ ਅਮਰਿੰਦਰ ਸਿੰਘ ਦੇ 2019 ਵਾਲੀ ਨਹੀਂ ਇਹਨਾਂ ਨੇ ਲੜੀ ਸੀ, 2019 ਵਾਲੀ ਤਾਂ ਰਾਜੇ ਵੜਿੰਗ ਨੇ, ਸੌਰੀ ਮੈਂ ਗਲਤ ਕਹਿ ਗਿਆ ਸੀ। 2019 ਵੇਲੇ ਰਾਜਾ ਵੜਿੰਗ ਹਾਰਿਆ ਤਾਂ ਉਹ ਵੀ ਰਾਜਾ ਵੜਿੰਗ ਕਹਿੰਦਾ ਸੀ ਕਿ ਬਾਦਲ ਪਰਿਵਾਰ ਦੀ ਆਪਸੀ ਮਿਲੀ ਭੁਗਤ ਨਾਲ ਹਾਰਿਆ ਵਾ, ਕਿਉਂਕਿ ਬਠਿੰਡਾ ਜਿਹੜੀ ਸਿਟੀ ਹੈਗੀ ਹੈ ਜਿਹੜੀ ਤੋਂ ਮਨਪ੍ਰੀਤ ਸਿੰਘ ਬਾਦਲ 27-28 ਹਜ਼ਾਰ ਵੋਟਾਂ ਦੀ ਮਾਰਜਨ ਨਾਲ ਜਿੱਤਿਆ ਸੀ, ਤੋਂ ਉੱਥੋਂ ਲੂਜ਼ ਕਰ ਗਿਆ ਰਾਜਾ ਵੜਿੰਗ ਬਿਲਕੁਲ। ਇਸ ਕਰਕੇ ਮਤਲਬ ਸਾਰੀਆਂ ਗੱਲਾਂ ਹੁੰਦੀਆਂ ਸੀ। ਚਲੋ 2017 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਜਿਹੜੇ ਹੈਗੇ ਉਹ ਵਿੱਤ ਮੰਤਰੀ ਬਣ ਗਏ ਸੀਗੇ ਕੈਪਟਨ ਦੀ ਸਰਕਾਰ ਦੇ ਵਿੱਚ ਜੀ। ਉੱਥੋਂ ਫਿਰ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ। ਮਨਪ੍ਰੀਤ ਸਿੰਘ ਬਾਦਲ ਕਿਉਂਕਿ ਪਿੰਡ ਬਾਦਲ ਦੇ ਵਿੱਚ ਰਹਿੰਦੇ ਆ, ਘਰਾਂ ਦੀ ਤਾਂ ਕਮੀ ਨਹੀਂ ਇਹਨਾਂ ਦੇ ਕੋਲ। ਦਿੱਲੀ ਵੀ ਮਕਾਨ ਹੈਗਾ, ਚੰਡੀਗੜ੍ਹ ਵੀ ਮਕਾਨ ਹੈਗਾ, ਮੇਰੇ ਖਿਆਲ ਮੁਤਾਬਕ ਦੇਹਰਾਦੂਨ ਵੀ ਹੈਗਾ। ਚਲੋ ਵੱਡੇ ਬੰਦੇ ਦਾ ਜਿੱਥੇ ਵੀ ਕਹਿ ਦਿੰਦੇ ਜਿੱਥੇ ਜਾ ਕੇ ਮੋੜੀ ਗੱਡਦੇ ਨੇ ਉੱਥੇ ਹੀ ਇਹਨਾਂ ਦਾ ਪਿੰਡ ਹੈ ਤੇ ਉੱਥੇ ਹੀ ਇਹਨਾਂ ਦਾ ਮਕਾਨ ਹੁੰਦਾ ਹੈ। 2018 ਤੋਂ ਲੈ ਕੇ ਤੇ 2021 ਦੇ ਦੌਰ ਦਾ ਜਿਹੜਾ ਉਹ ਸਮਾਂ ਸੀ, ਉਸ ਸਮੇਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰੀ ਇਹ ਕਹਿੰਦੇ ਹੁੰਦੇ ਸੀ ਕਿ ਮੇਰੇ ਤੇ ਪ੍ਰੈਸ਼ਰ ਬਿਲਡ ਹੋ ਰਿਹਾ ਲੋਕਾਂ ਦਾ ਕਿ ਜੀ ਤੁਸੀਂ ਬਠਿੰਡੇ 'ਚ ਰਿਹਾਇਸ਼ ਰੱਖੋ ਜੀ। ਤੇ ਬਠਿੰਡੇ 'ਚ ਰਿਹਾਇਸ਼ ਰੱਖਣ ਵਾਸਤੇ ਫਿਰ ਇਹਨਾਂ ਨੇ ਇੱਕ ਜਿਹੜੀ ਹੈਗੀ ਹੈ ਜਿੱਥੇ ਟੀਵੀ ਟਾਵਰ ਦੇ ਸਾਹਮਣੇ ਪੁੱਡਾ ਦੀ ਜਿਹੜੀ ਜ਼ਮੀਨ ਹੈ ਜਾਂ BDA ਦੀ ਜ਼ਮੀਨ ਆਪਾਂ ਕਮਰਸ਼ੀਅਲ ਪਾਕਟ ਸੀ। ਕਮਰਸ਼ੀਅਲ ਪਾਕਟ ਨੂੰ ਪਹਿਲਾਂ ਕਹਿੰਦੇ ਜੀ 12 ਵੇਲੇ ਕਿਤੇ ਕਰਤੀ ਸੀਗੀ ਉਹ ਵੀ ਇਹਨੂੰ ਰੈਜ਼ੀਡੈਂਸ਼ੀਅਲ ਦੇ ਵਿੱਚ ਕਰ ਦਿੱਤੀ ਜਾਵੇ। ਉਹ ਹੋਇਆ ਨਾ ਹੋਇਆ ਸਾਨੂੰ ਨਹੀਂ ਉਹਦੇ ਬਾਰੇ ਪਤਾ ਜੀ। ਲੇਕਿਨ ਇਸੇ ਸਮੇਂ ਦੌਰਾਨ ਜਦੋਂ 2022 ਵਾਲੀ ਇਲੈਕਸ਼ਨ ਹੁੰਦੀ ਹੈ, ਹਾਰਦੇ ਹੈ ਮਨਪ੍ਰੀਤ ਸਿੰਘ ਬਾਦਲ ਵੀ ਬੁਰੀ ਤਰ੍ਹਾਂ ਹਾਰ ਗਏ ਤੇ ਹਾਰ ਗਏ ਸਰੂਪ ਚੰਦ ਸਿੰਗਲਾ ਵੀ, ਜਗਰੂਪ ਸਿੰਘ ਗਿੱਲ ਬਣ ਗਏ MLA। ਤੇ ਉਸ ਵੇਲੇ ਫਿਰ ਇੱਕ ਐਪਲੀਕੇਸ਼ਨ ਦਿੰਦੇ ਹੈ ਮਿਸਟਰ ਸਰੂਪ ਚੰਦ ਸਿੰਗਲਾ ਕਿ ਮਨਪ੍ਰੀਤ ਸਿੰਘ ਬਾਦਲ ਨੇ 2018 ਤੋਂ ਲੈ ਕੇ 2021 ਦੇ ਦੌਰ ਦੇ ਵਿੱਚ ਇਹਨਾਂ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਸੱਤਾ ਦੀ ਜਿਹੜੀ ਤਾਕਤ ਸੀ ਇਹਨਾਂ ਦੇ ਕੋਲੇ ਉਹਦੀ ਦੁਰਵਰਤੋਂ ਕੀਤੀ ਹੈ ਤੇ ਦੁਰਵਰਤੋਂ ਕਰਕੇ ਇਹਨਾਂ ਨੇ ਬਹੁਤ ਕੁਛ ਕੀਤਾ ਹੈ। ਜਿਹੜਾ ਪਾਰਟੀਕੂਲਰ ਉਹਨਾਂ ਨੇ ਕੇਸ ਪੇਸ਼ ਕੀਤਾ ਉਹ ਇਹ ਕੀਤਾ ਕਿ ਆਹ ਜਿਹੜੇ ਇਹਨਾਂ ਨੇ 2 ਪਲਾਟ ਲਏ ਹੈ, ਇਹ 2 ਪਲਾਟ ਲਗਭਗ 1500 ਗਜ ਦੀ ਕਿ 1000 ਗਜ ਦਾ 1500 ਗਜ ਦੇ ਪਲਾਟ ਹੈ ਵੀ ਇਹਨਾਂ ਪਲਾਟਾਂ ਵਾਸਤੇ ਹੇਰਾਫੇਰੀ ਕੀਤੀ ਗਈ ਹੈ। ਕਹਿੰਦੇ ਵੀ ਆਪਣੇ ਹੀ ਬੰਦਿਆਂ ਨੂੰ ਜਿਹੜੇ ਬੋਲੀਕਾਰ ਬਣਾ ਲਿਆ ਔਰ ਨਾਲ ਹੀ ਜਿਹੜੇ ਹੈਗੇ ਇੱਕ ਪੁੱਡਾ ਦੇ ਅਧਿਕਾਰੀ ਜਾਂ ਆਪਾਂ ਉਹ ਵੀ ਨਾਲ ਰਲ ਗਏ। BDA ਦੇ ਅਧਿਕਾਰੀਆਂ ਨੇ ਨਾਲ ਰਲ ਕੇ ਜਿਹੜੇ ਅਸਲ ਦੇ ਵਿੱਚ ਇੱਕ ਜਿਹੜੇ ਪਲਾਟ ਸੀ ਉਹਨਾਂ ਪਲਾਟਾਂ ਦੀ ਜਿਹੜੀ ਨੰਬਰਿੰਗ ਹੈ ਉਹ ਹੋਰ ਦਿਖਾਈ ਲਾਏ, ਨੰਬਰ ਹੋਰ ਲਾਤੇ, ਲੇਕਿਨ ਨਕਸ਼ਾ ਦੇਤਾ, ਨਕਸ਼ੇ ਦੇ ਵਿੱਚ ਨੰਬਰਿੰਗ ਵਗੈਰਾ ਦੀ ਕੋਈ ਗੜਬੜ ਸੀਗੀ। ਇਹ ਸਾਰਾ ਕੁਝ ਕਰਾ ਕੇ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਬੰਦਿਆਂ ਨੇ ਬੋਲੀ ਦਿੱਤੀ, ਬੋਲੀ ਦੇਣ ਵਾਲੇ 3 ਬੰਦੇ, ਇੱਕ ਰਾਜੀਵ ਕੁਮਾਰ ਹੈ, ਇੱਕ ਕੋਈ ਵਿਕਾਸ ਅਰੋੜਾ ਹੈ, ਤੇ ਇੱਕ ਅਮਨਦੀਪ ਹੈ। 3 ਬੰਦੇ ਤੇ ਇੱਕੋ ਹੀ ਜਿਹੜਾ ਹੈਗਾ ਕੰਪਿਊਟਰ ਤੋਂ ਬੋਲੀ ਦਿੰਦੇ ਆ, ਕਿਸੇ ਵਕੀਲ ਦਾ ਕੰਪਿਊਟਰ ਹੈ, ਇੱਕੇ ਖਾਤੇ 'ਚੋਂ ਪੈਸੇ ਆਉਂਦੇ ਔਰ ਉਹਦੇ 'ਚ ਇਹ ਹੈ ਕਿ ਅਜੇ ਤੱਕ ਉਹਨਾਂ ਨੂੰ ਜ਼ਮੀਨ ਦੀ ਮਾਲਕੀ ਦਾ ਹੱਕ ਨਹੀਂ ਮਿਲਿਆ ਹੁੰਦਾ ਜੀ। ਬੋਲੀ ਭਾਵੇਂ ਉਹਨਾਂ ਦੇ ਨਾਲ ਟੁੱਟ ਗਈ ਤੇ ਪਹਿਲਾਂ ਹੀ ਮਤਲਬ ਜਿਹੜਾ ਹੈਗਾ ਇਕਰਾਰਨਾਮਾ ਬਿਆਨਾ ਹੋ ਗਿਆ ਤੇ ਬਿਆਨੇ ਵਾਲੇ ਜਿਹੜੇ ਹੈਗੇ ਆ ਸਟਾਂਪ ਖਰੀਦੇ 100 ਰੁਪਏ ਦੇ, ਉਹ ਵੀ ਪਹਿਲਾਂ ਹੀ ਖਰੀਦ ਲਏ ਸੀ। ਔਰ ਅਗਲੀ ਗੱਲ ਇਹ ਕਿ ਉਹਨਾਂ ਦੇ ਜਿਹੜੇ ਗਵਾਹ ਹੈ ਬਿਆਨੇ ਤੇ ਉਹ ਆਪਦੇ ਬੰਦੇ, ਦੋਨੇ ਆਪਦੇ ਬਹੁਤ ਕਰੀਬੀ ਬੰਦੇ ਆ। ਚਲੋ ਆਪਾਂ ਨਾਂ ਕਾਹਨੂੰ ਲੈਣਾ, ਹੁਣ ਉਹ ਬੰਦੇ ਆ ਗਏ ਤੇ ਇਹ ਮਾਮਲਾ ਉਹ ਕਹਿੰਦੇ ਜੀ ਇਹਦੀ ਪੜਤਾਲ ਕਰਵਾ ਲਓ ਜੀ। ਇਹਦੀ ਪੜਤਾਲ ਜਿਹੜੀ ਹੈ ਵਿਜੀਲੈਂਸ ਨੇ ਆਪਦੀ ਸ਼ੁਰੂ ਕਰਤੀ। ਵਿਜੀਲੈਂਸ ਦੇ ਸ਼ੁਰੂ ਹੁੰਦੇ ਥੋੜ੍ਹੇ ਮਤਭੇਦ ਵੱਧ ਗਏ ਤੇ ਮਤਭੇਦ ਵੱਧਦਿਆਂ ਕੋਈ ਜ਼ਮਾਨਤ ਇਹ ਸੀ ਜੋ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸੁਖਵੀਰ ਆਪਣੇ ਜਿਹੜੇ ਭਗਵੰਤ ਸਿੰਘ ਮਾਨ ਜਿਹੜੇ ਹੈ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਟੈਲੀਫੋਨ ਕਹਿੰਦੇ ਜਦੋਂ ਉਹਨਾਂ ਨੂੰ ਜੇ ਐਲਾਨ ਨਹੀਂ ਕੀਤਾ ਸੀ ਤੇ ਉਹਨਾਂ ਨੇ ਕੀਤਾ ਮਨਪ੍ਰੀਤ ਬਾਦਲ ਨੂੰ ਕਿ ਭਾਈ ਸਾਹਿਬ ਮੈਂ ਤਾਂ ਬਣ ਰਿਹਾ ਮੁੱਖ ਮੰਤਰੀ। ਤੇ ਇਹ ਵੀ ਕਿਹਾ ਗਿਆ ਕਿ ਜੀ ਦੋਨਾਂ ਦੀ ਨੇੜਤਾ ਬੜੀ ਸੀ, ਲੇਕਿਨ ਸਿਆਸਤ ਇੱਕ ਇਹੋ ਜਿਹੀ ਚੀਜ਼ ਹੈ ਇੱਥੇ ਕੋਈ ਗੁਰੂ ਚੇਲਾ ਨਹੀਂ ਹੁੰਦਾ। ਇੱਥੇ ਹਮੇਸ਼ਾ ਹੀ ਜਿਹੜਾ ਹੈਗਾ ਜੇ ਅੱਜ ਆਪਾਂ ਦੇਖੀਏ ਸਿਆਸਤ ਦੇ ਵਿੱਚ ਕਿ ਜਦੋਂ 2002 ਦੇ ਵਿੱਚ ਮੁਸਲਿਮ ਕਤਲੇਆਮ ਹੋਇਆ ਗੁਜਰਾਤ ਦੇ ਵਿੱਚ ਤੇ ਵਾਜਪਾਈ ਸਾਹਿਬ ਨੇ ਮਨ ਬਣਾ ਲਿਆ ਸੀ ਕਿ ਨਰਿੰਦਰ ਮੋਦੀ ਹੋਰਾਂ ਨੂੰ ਚੱਲਦਾ ਕਰਨਾ ਤੇ ਬਚਾਉਣ ਵਾਸਤੇ ਕੌਣ ਆਇਆ ਸੀ? ਅਡਵਾਨੀ ਸਾਹਿਬ। ਤੇ ਬਾਅਦ ਦੇ ਵਿੱਚ ਅੱਜ ਅਡਵਾਨੀ ਸਾਹਿਬ ਦੀ ਹਾਲਤ ਕੀ ਆ? ਉਹ ਮਾਰਗਦਰਸ਼ਕ ਮੰਡਲ ਦੇ ਵਿੱਚ ਪਾਏ ਹੋਏ ਆ, ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਮੋਦੀ ਸਾਹਿਬ ਮੂੰਹ ਪਰੇ ਨੂੰ ਕਰ ਲੈਂਦੇ। ਇੱਥੇ ਗੁਰੂ ਚੇਲਾ ਕੋਈ ਨਹੀਂ ਹੁੰਦਾ। ਭਗਵੰਤ ਮਾਨ ਕਲਾਕਾਰ ਵੀ ਹੈ ਔਰ ਰੀਅਲ ਸੈਂਸ ਦੇ ਵਿੱਚ ਜੇ ਆਪਾਂ ਦੇਖੀਏ ਕਲਾਕਾਰ ਨਹੀਂ, ਉਹ ਸੱਚਮੁੱਚ ਹੀ ਇੱਕ ਨਾਟਕਕਾਰ ਹੈ। ਉਹਨੂੰ ਸਾਰਾ ਕੁਛ ਆਉਂਦਾ ਹੈ, ਉਹ ਸਭ ਕੁਛ ਜਾਣਦਾ, ਸਭ ਕੁਛ ਵੇਖਦਾ ਹੈ।
ਲੋਕ ਕਹਿੰਦੇ ਕਿ ਜੀ ਪ੍ਰਕਾਸ਼ ਸਿੰਘ ਬਾਦਲ ਬਹੁਤ ਜਿਹੜੇ ਹੈਗੇ ਆ ਤਿੱਖੇ ਲੀਡਰ ਸੀ ਤੇ ਉਹਨਾਂ ਨੇ ਆਪਣਾ ਕੋਈ ਵਿਰੋਧੀ ਹੈ ਜਿਹੜਾ ਉਹਨੂੰ ਪਣਪਣ ਨਹੀਂ ਦਿੱਤਾ, ਉਸ ਵਿਰੋਧੀ ਨੂੰ ਖਤਮ ਕਰਤਾ। ਤੇ ਮੇਰੇ ਖਿਆਲ ਮੁਤਾਬਕ ਜੇ ਦੇਖੀਏ ਭਗਵੰਤ ਸਿੰਘ ਮਾਨ ਪੈਰ 'ਚ ਪੈਰ ਮੰਨਦਾ ਪ੍ਰਕਾਸ਼ ਸਿੰਘ ਬਾਦਲ ਦੇ। ਆਪਾਂ ਕੱਲੇ ਕੱਲੇ ਬੰਦੇ ਤੋਂ ਲਾ ਲਓ, ਕਿੱਥੇ ਸੁੱਚਾ ਸਿੰਘ ਛੋਟੇਪੁਰ, ਕਿੱਥੇ ਆਪਣੇ ਫੂਲਕਾ ਸਾਹਿਬ, ਧਰਮਵੀਰ ਗਾਂਧੀ, ਇਹ ਸਾਰਿਆਂ ਨੂੰ ਕਰਾ ਕੇ ਤੇ ਉਹ ਇਕੱਲੇ ਹੀ ਰਹਿ ਗਏ। ਤੇ ਮਨਪ੍ਰੀਤ ਬਾਦਲ ਨੂੰ ਸ਼ਾਇਦ ਇਸ ਗੱਲ ਦਾ ਹੋਵੇ ਕਿ ਮੇਰੇ ਤੇ ਤਾਂ ਮਿਹਰਬਾਨ ਹੋਣਗੇ, ਕਰਨਗੇ ਕੀ। ਚਲੋ ਇਨਕੁਆਇਰੀ ਜਿਹੜੀ ਸਟਾਰਟ ਹੋ ਗਈ, ਇਨਕੁਆਇਰੀ ਸਟਾਰਟ ਹੋਣ ਤੋਂ ਬਾਅਦ ਜਦੋਂ ਤੱਥ ਸਾਹਮਣੇ ਆਉਣ ਲੱਗੇ ਤੇ ਫਿਰ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਜਿਹੜੀ ਹੈਗੀ ਹੈ ਅਗਾਊਂ ਜ਼ਮਾਨਤ ਨਹੀਂ ਜੀ, ਇਹ ਮਨਪ੍ਰੀਤ ਸਿੰਘ ਬਾਦਲ ਨੇ ਤਲਬ ਕੀਤਾ ਕਿ ਤੁਸੀਂ ਆਓ ਜੀ ਵਿਜੀਲੈਂਸ ਕੋਲੇ ਆਪਣੇ ਬਿਆਨ ਦਿਓ। ਤੇ ਉਸ ਵੇਲੇ ਇਹਨਾਂ ਨੇ ਇੱਕ ਇਕੱਠ ਕੀਤਾ, ਵੱਡਾ ਇਕੱਠ ਕਰਕੇ ਜਦੋਂ ਆਏ ਵਿਜੀਲੈਂਸ ਵਾਲਿਆਂ ਦੇ ਗਏ, ਜਾ ਕੇ ਗੱਲਬਾਤ ਕੀਤੀ, ਸਾਰਾ ਆਪਣੇ ਬਿਆਨ ਵਗੈਰਾ ਦੇ ਕੇ ਆ ਗਏ। ਤਾਂ ਉਹ ਤੋਂ ਬਾਅਦ ਬਾਹਰ ਆ ਕੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਭਗਵੰਤ ਹੁਣ ਤੇਰੇ ਦਿਲ ਦੇ ਵਿੱਚ ਕੋਈ ਰਹਿ ਨਾ ਜਾਵੇ ਕਮੀ ਪੇਸ਼ੀ, ਜੋ ਹੁੰਦਾ ਤੈਥੋਂ ਕਰ ਲੈ ਜੀ। ਇਹ ਗੱਲ ਭਗਵੰਤ ਸਿੰਘ ਮਾਨ ਨੂੰ ਕਹਿਤੀ ਕਿ ਚੁਣੌਤੀ ਦੇਤੀ। ਤੇ ਲੋਕ ਦੇਖਣ ਲੱਗੇ ਯਾਰ ਵਾਕਈ ਜਿਹੜੇ ਹੈਗੇ ਮਨਪ੍ਰੀਤ ਸਿੰਘ ਬਾਦਲ ਤਾਂ ਬਹੁਤ ਕੱਦਾ ਬਰਾਗੂ ਹੈ ਜੀ ਔਰ ਬੜਾ ਦਲੇਰ ਆਦਮੀ ਹੈ। ਤੇ ਹੋਇਆ ਕੀ, ਹੋਇਆ ਇਹ ਕਿ ਭਗਵੰਤ ਸਿੰਘ ਮਾਨ ਨੇ ਜਦੋਂ ਇਨਕੁਆਇਰੀ ਦੀ, ਤਾਂ ਕਿਉਂਕਿ ਆਫਟਰ ਆਲ ਚੀਫ ਮਿਨਿਸਟਰ ਹੈ, ਗ੍ਰਹਿ ਵਿਭਾਗ ਉਹਨਾਂ ਦੇ ਕੋਲੇ ਹੈ, ਇਨਕੁਆਇਰੀ ਦੀ ਦਿਸ਼ਾ ਤੇ ਦਸ਼ਾ ਕੀ ਹੈ ਜੀ ਇਹ ਤਾਂ ਮੁੱਖ ਮੰਤਰੀ ਨੂੰ ਪਤਾ ਹੀ ਹੁੰਦਾ ਹੈ। ਇਨਫੋਰਮੇਸ਼ਨ ਮਿਲਣ ਲੱਗੀ ਕਿ ਇਹਦੇ 'ਚ ਕੋਈ ਜਾਨ ਹੈਗੀ ਹੈ, ਜਿਹੜੀ ਕੰਪਲੇਂਟ ਕੀਤੀ ਹੈ ਜਾਨ ਹੈਗਾ ਕੁਛ ਹੈਗਾ। ਹਾਲਾਂਕਿ ਦੋਨੇ ਹਾਂ, ਮਨਪ੍ਰੀਤ ਸਿੰਘ ਬਾਦਲ ਵੀ ਕਾਂਗਰਸ ਨੂੰ ਛੱਡ ਕੇ ਤੇ ਬੀਜੇਪੀ ਸ਼ਾਮਲ ਹੋ ਗਏ ਤੇ ਉਹ ਤੋਂ ਪਹਿਲਾਂ ਸਰੂਪ ਚੰਦ ਸਿੰਗਲਾ ਜਿਹੜਾ ਇਸ ਕੇਸ ਦੇ ਵਿੱਚ ਸ਼ਿਕਾਇਤੀ ਸੀ ਉਹ ਵੀ ਬੀਜੇਪੀ ਚਲਾ ਗਿਆ, ਦੋਨੇ ਬੀਜੇਪੀ ਚਲੇ ਗਏ। ਤੇ ਇਹਦੇ ਤੋਂ ਲੱਗਦਾ ਇਹ ਸੀਗਾ ਕਿ ਸ਼ਾਇਦ ਪਾਰਟੀ ਦੀ ਸਾਂਝ ਕਰਕੇ ਤੇ ਇੱਕ ਦੂਜੇ ਦੇ, ਪਰ ਜਿਹੜਾ ਸਰੂਪ ਚੰਦ ਸਿੰਗਲਾ ਉਹ ਡਟਿਆ ਰਿਹਾ ਜੀ, ਉਹਨੇ ਬਿਲਕੁਲ ਕੋਈ ਐਸੀ ਵੈਸੀ ਗੱਲ ਨਹੀਂ ਕੀਤੀ। ਤੇ ਨਤੀਜਾ ਇਹ ਹੋਇਆ ਕਿ ਜੋ ਸਾਰੀ ਗੱਲ ਆ ਗਈ ਤੇ ਬੇਗ ਦੇ ਵਿੱਚ ਆ ਕੇ ਕਿਤੇ ਕਿਸੇ ਭਾਸ਼ਣ ਦੇ ਵਿੱਚ ਕਹਿ ਦਿੱਤਾ ਭਗਵੰਤ ਮਾਨ ਹੋਰਾਂ ਨੇ ਕਿ ਜਿਹੜੇ ਬੰਦੇ ਨੇ ਕੋਈ ਗੁਨਾਹ ਕੀਤਾ ਕੋਈ ਨਹੀਂ ਬਖਸ਼ਿਆ ਜਾਂਦਾ। ਕਿੱਥੇ ਹੈ ਸਾਬਕਾ ਵਿੱਤ ਮੰਤਰੀ, ਪਰਚਾ ਉਹਦੇ ਖਿਲਾਫ ਵੀ ਹੋ ਗਿਆ। ਐਕਚੁਅਲੀ ਪਰਚਾ ਨਹੀਂ ਹੋਇਆ ਸੀ, ਉਹਦਾ ਇਨਕੁਆਇਰੀ ਦਰਜ ਹੋਈ, ਪਰਚਾ ਨਹੀਂ ਦਰਜ ਹੋਇਆ ਸੀ, ਇਨਕੁਆਇਰੀ ਦਰਜ ਹੋਈ ਸੀ। ਉਹ ਕਈ ਵਾਰੀ ਟੰਗ ਸਲਿੱਪ ਹੋ ਜਾਂਦੀ ਹੈ। ਉਹਨਾਂ ਨੇ ਇਹ ਗੱਲ ਕਹਿ ਦਿੱਤਾ ਤੇ ਫਿਰ ਦਾਨੇਵਾਲੀਆ ਸਾਹਿਬ ਆਪਾਂ ਖਬਰ ਡਿਸਕਸ ਵੀ ਕੀਤੀ ਸੀ ਆਪਣੇ ਕਿੰਨੂਆਂ ਦੇ ਬਾਗਾਂ 'ਚ ਬੈਠ ਕੇ। ਉਹਨੇ ਕਿੰਨੂਆਂ ਦੀ ਗੱਲ ਵੀ ਕਹਿਤੀ ਸੀ ਕਿ ਤੁਹਾਡੇ ਕਿੰਨੂਆਂ ਦਾ ਮੈਨੂੰ ਕੱਲੇ ਦਾ ਪਤਾ ਭਗਵੰਤ ਮਾਨ ਹੋਰਾਂ ਨੇ। ਤੇ ਫਿਰ ਇਹਨਾਂ ਨੇ ਕਿੰਨੂਆਂ ਦੇ ਬਾਗ ਦੇ ਵਿੱਚ ਬੈਠ ਕੇ ਮੂੜਾ ਡਾਹ ਕੇ ਲੱਤ ਤੇ ਲੱਤ ਕੇ ਸੀ ਕਿ ਹੁਣ ਤੇਰੇ 'ਚ ਕਸਰ ਨਾ ਕੋਈ ਰਹਿ ਜੇ। ਪਰ ਦਾਨੇਵਾਲੀਆ ਸਾਹਿਬ ਜਿਹੜੀ ਸਭ ਤੋਂ ਵੱਡੀ ਇਤਰਾਜ਼ ਜੋ ਗੱਲ ਹੋਈ ਨਾ, ਜਿਹੜੀ ਨੇ ਮੇਰਾ ਖਿਆਲ ਵੀ ਮਨਪ੍ਰੀਤ ਬਾਦਲ ਨੇ ਤਾਂ ਉਹ ਗੱਲ ਕਹਿਤੀ ਤੇ ਉਹਦੇ ਤੋਂ ਖਫਾ ਹੋਏ ਹੋਣਗੇ ਮਾਨ ਸਾਹਿਬ। ਤਾਂ ਵੈਸੇ ਹਰ ਉਹ ਬੰਦਾ ਜਿਹੜਾ ਥੋੜ੍ਹੀ ਬਹੁਤੀ ਵੀ ਸਮਝ ਰੱਖਦਾ ਉਹ ਵੀ ਥੋੜਾ ਖਫਾ ਹੋਇਆ ਸੀ ਕਿ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜੇ ਆਪਾਂ ਇਕੱਠੇ ਰਹੇ ਹਾਂ ਕੱਲ ਨੂੰ ਆਪਣਾ ਵਿਗਾੜ ਵੀ ਪੈ ਸਕਦਾ ਜੇ ਆਪਾਂ ਇਕੱਠੇ ਇੱਕੋ ਪ੍ਰੋਗਰਾਮ ਕਰੀ ਜਾਂਦੇ ਹੈ। ਘੱਟੋ ਘੱਟ ਸ਼ਿਸ਼ਟਾਚਾਰ ਦੇ ਨਾਤੇ ਆਪਾਂ ਇੱਕ ਦੂਜੇ ਨੂੰ ਸਾਫ਼ ਸਲਾਮ ਤਾਂ ਚੰਗੀ ਕਰੀਏ, ਜੇ ਨਹੀਂ ਕਰਨੀ ਤਾਂ ਇੱਕ ਦੂਜੇ ਦੀ ਮੁਖਾਲਫਤ ਨਾ ਕਰੋ, ਬਦਨਾਮੀ ਨਾ ਕਰੋ। ਤੇ ਜਦੋਂ ਇਹਨੇ ਕਹਿ ਦਿੱਤਾ ਨਾ ਵੀ ਭਗਵੰਤ ਤੂੰ ਆਪਦਾ ਟਾਈਮ ਯਾਦ ਕਰ, ਹੁਣ ਮੈਂ ਬੋਲਣਾ ਨਹੀਂ ਤੇ ਮੈਂ ਕੁਛ ਦਿਖਾਊਂਗਾ, ਤੂੰ ਆਪਦਾ ਟਾਈਮ ਯਾਦ ਕਰ। ਤੂੰ ਮੇਰੀ ਗੱਡੀ ਦੀ ਡਿੱਕੀ ਦੇ ਵਿੱਚ ਰੁੜਦਾ ਫਿਰਦਾ ਸੀ। ਹੁਣ ਦਾਨੇਵਾਲੀਆ ਸਾਹਿਬ ਬੱਟਾ ਤਾਂ ਹੈ ਨਹੀਂ, ਡਲਾ ਤਾਂ ਹੈ ਨਹੀਂ, ਕੋਈ ਰੁੜਦਾ ਫਿਰਦਾ। ਬੰਦਾ ਰੁੜਦਾ ਕਿਵੇਂ ਹੁੰਦਾ ਉਹ ਸਾਰਿਆਂ ਨੂੰ ਪਤਾ ਹੈ। ਉਹ ਰੁੜਨ ਵਾਲੀ ਗੱਲ ਜਿਹੜੀ ਗੱਲ ਕਹਿਤੀ ਤੇ ਫਿਰ ਉੱਥੋਂ ਗੱਲ ਚੱਲ ਪਈ, ਬਿੱਲੀ ਭਾਗੀ ਛਿੱਕਾ ਟੁੱਟਾ। ਇਹ ਸਰੂਪ ਚੰਦ ਸਿੰਗਲੇ ਨੂੰ ਕ੍ਰੈਡਿਟ ਜਾਣਾ ਸੀ ਕਿ ਜਦੋਂ ਇੰਨੀ ਕੁ ਕੁੜਤਨ ਪੈਦਾ ਹੋ ਜੇ। ਤੇ ਦੂਜੇ ਪਾਸੇ ਜਿਹੜੀ ਗੱਲ ਹੈ ਵੀ ਪੰਜਾਬ ਵਿਜੀਲੈਂਸ ਬਿਊਰੋ ਨੂੰ ਡਾਇਰੈਕਟਰ, ਜਿਹੜੇ ਚੀਫ ਡਾਇਰੈਕਟਰ ਹੈ ਮਿਸਟਰ ਵਰਿੰਦਰ ਕੁਮਾਰ ਦੇ ਰੂਪ ਵਿੱਚ ਅਜਿਹੇ ਮਿਲ ਗਏ ਜਿਹਦਾ ਮਤਲਬ ਵੀ ਬੇਪਰਵਾਹ, ਕੋਈ ਰਿਜ਼ਲਟ ਨਹੀਂ ਦੇਖਣਾ ਵੀ ਕੱਲ੍ਹ ਨੂੰ ਸਾਡੇ ਨਾਲ ਕੀ ਹੁੰਦੀ ਹੈ ਕੀ ਨਹੀਂ ਹੁੰਦੀ। ਉਹਨਾਂ ਨੇ ਕੋਈ ਛੱਡਿਆ ਨਹੀਂ। ਜੇ ਆਪਾਂ ਦੇਖੀਏ ਪਿਛਲੇ ਸਮੇਂ ਦੇ ਵਿੱਚ ਕਈ IAS ਅਫਸਰ, ਕਈ ਪੁਲਿਸ ਅਫਸਰ, ਕਈ ਸਿਆਸਤਦਾਨ, ਈਵਨ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ MLA ਨੂੰ ਫੜ ਕੇ ਵੀ ਬੰਦ ਕੀਤਾ। ਇਹ ਸਾਰਾ ਕੁਝ ਚੱਲਦਾ ਚਲਾਉਂਦਾ ਰਿਹਾ। ਹੁਣ ਕੁਝ ਲੋਕ ਕਹਿ ਦਿੰਦੇ ਆ ਕਿ ਅੱਜ ਕੱਲ੍ਹ ਕਾਂਗਰਸ ਪਾਰਟੀ ਨਾਲ ਥੋੜ੍ਹੀ ਜਿਹੀ ਮਾਨ ਸਾਹਿਬ ਦੀ ਜਿਹੜੀ ਹੈਗੀ ਸੁਰ ਥੋੜ੍ਹੀ ਜਿਹੀ ਨੀਵੀਂ ਪੈ ਗਈ ਹੈ, ਕਿਉਂਕਿ ਸ਼ਾਇਦ ਇਲੈਕਸ਼ਨ ਦਾ ਲੱਗਦਾ ਕਿ ਇਕੱਠੇ ਮਿਲ ਕੇ ਲੜਨੀ ਪੈ ਸਕਦੀ। ਤੇ ਬੀਜੇਪੀ ਵਾਲਿਆਂ ਦੇ ਖਿਲਾਫ ਹੋ ਗਏ। ਐਕਚੁਅਲੀ ਬੀਜੇਪੀ ਵਾਲਿਆਂ ਦੇ ਖਿਲਾਫ ਨਹੀਂ, ਬੀਜੇਪੀ ਵਾਲੇ ਜਿਹੜੇ ਬੰਦੇ ਛੱਡ ਕਾਂਗਰਸ ਦੇ ਜਿਹੜੇ ਬੰਦੇ ਛੱਡ ਕੇ ਬੀਜੇਪੀ 'ਚ ਗਏ ਵੇ, ਉਹ ਗਏ ਇਸ ਕਰਕੇ ਸੀ ਕਿ ਕੇਂਦਰੀ ਸੱਤਾ ਦੇ ਚੱਲਦੇ ਸ਼ਾਇਦ ਸਾਨੂੰ ਵਾਸ਼ਿੰਗ ਮਸ਼ੀਨ ਮਿਲ ਜੇ। ਪਰ ਹੁਣ ਪਿਛਲੇ 2 ਮਹੀਨਿਆਂ ਤੋਂ ਪਤਾ ਨਹੀਂ ਲੱਗ ਰਿਹਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਕਿੱਥੇ ਫਿਰਦੇ ਹੈ। ਗਾਹੇ ਬਗਾਹੇ ਗੱਲਬਾਤ ਹੁੰਦੀ ਰਹਿੰਦੀ, ਕਹਿੰਦੇ ਜੀ ਟੈਲੀਫੋਨ ਵੀ ਬੰਦ ਆ ਰਹੇ ਹੈ, ਕਦੇ ਕਦੇ ਟੈਲੀਫੋਨ ਖੁੱਲਦਾ। ਫਿਰ ਕਿੱਥੇ ਹੋਣਗੇ ਜੀ ਮਨਪ੍ਰੀਤ ਸਿੰਘ ਬਾਦਲ? ਬੜਾ ਜੀ ਇਹਨਾਂ ਨੇ ਆਪਦੀਆਂ ਜੁਗਤਾਂ ਜਗਤਾਂ ਲਾਈਆਂ, ਪਤਾ ਲੱਗ ਜੇ, ਪਰ ਪਤਾ ਨਹੀਂ ਲੱਗਿਆ। ਫਿਰ ਅਚਨਚੇਤ ਇੱਕ ਬੇਲ ਐਪਲੀਕੇਸ਼ਨ ਲੱਗ ਜਾਂਦੀ ਹੈ ਕੁਛ ਦਿਨ ਪਹਿਲਾਂ, ਜਿਹਦੀ ਕੱਲ੍ਹ ਨੂੰ ਸੁਣਵਾਈ ਹੋਣੀ ਹੈ। ਉਹਦੇ 'ਚ ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਹੈ ਕਿ ਜੀ ਮੈਂ ਤਾਂ ਇਨਕੁਆਇਰੀ 'ਚ ਪੇਸ਼ ਹੋ ਗਏ, ਮੈਂ ਆਪਣੀ ਸਾਰੀ ਗੱਲ ਦੱਸਤੀ ਹੈ,
ਹੁਣ ਮੇਰੇ ਨਾਲ ਬਦਲਾ ਲਊ ਕਾਰਵਾਈ ਕਰ ਰਹੇ ਆ ਭਗਵੰਤ ਸਿੰਘ ਮਾਨ ਤੇ ਮੇਰੇ ਤੇ FIR ਜਿਹੜੀ ਹੈ ਉਹ ਦਰਜ ਕਰਵਾਉਣਗੇ। ਮੈਨੂੰ ਐਂਟੀਸਪੇਟਰੀ ਬੇਲ ਦੇ ਦਿੱਤੀ ਜਾਵੇ। ਜੇ ਬੇਲ ਨਹੀਂ ਦੇਣੀ ਤਾਂ ਘੱਟੋ ਘੱਟ 7 ਦਿਨ ਦਾ ਨੋਟਿਸ ਦੇ ਦਿਓ। ਨੋਟਿਸ ਦੇ ਦਿਓ ਕਿ ਮੈਂ ਫਿਰ ਆਪਦੀ ਅਗਲੀ ਚਾਰਾਜੋਈ ਕਰ ਲਾ। ਲਓ ਜੀ, ਮਾਮਲਾ ਸਾਰਾ ਪਿਆ ਹੀ ਸੀ ਵਿਜੀਲੈਂਸ ਦੇ ਕੋਲੇ। ਜਦੋਂ ਉਹਨਾਂ ਨੇ ਉਹ ਜਿਹੜੀ ਇਨਕੁਆਇਰੀ ਉਹਨਾਂ ਦੀ ਕੰਪਲੀਟ ਸੀ ਤੇ ਕੱਲ ਫਿਰ ਪਤਾ ਲੱਗਿਆ ਕਿ FIR ਦਰਜ ਹੋ ਗਈ। ਜਿਹੜੀ ਦਾਨੇ ਵਾਲੀਆਂ ਸਭ FIR ਦਰਜ ਹੋਈ ਹੈ ਜੀ, ਉਸ FIR ਦੀ ਇਬਾਰਤ ਨੂੰ ਪੜ੍ਹੀਏ ਤੇ ਉਹਦੇ ਵਿੱਚ ਜਿਹੜੀ ਲੋਕਾਂ ਦੀ ਇਨਵੋਲਵਮੈਂਟ ਹੈ ਉਹ FIR ਇਹ ਉਹ ਦੱਸਦੀ ਹੈ ਵੀ ਵਿੱਚ ਬਚਨ ਨੂੰ ਥਾਂ ਕੋਈ ਨਹੀਂ। ਅੱਛਾ, ਕੋਈ ਨਹੀਂ, ਕਿਉਂਕਿ ਉਹਦੇ ਵਿੱਚ ਕੱਲਾ ਮਨਪ੍ਰੀਤ ਸਿੰਘ ਬਾਦਲ ਨੂੰ ਟਾਰਗੇਟ ਨਹੀਂ ਕੀਤਾ। ਜਿਨ੍ਹਾਂ ਦੇ ਨਾਂ ਦੇ ਤੇ ਜ਼ਮੀਨ ਟੁੱਟੀ ਹੈ ਉਹਨਾਂ ਨੂੰ ਟਾਰਗੇਟ ਨਹੀਂ ਕੀਤਾ। ਉਹਦੇ ਵਿੱਚ ਨਾਲ ਜਿਹੜੇ ਹੈਗੇ ਸੀਨੀਅਰ ਅਫਸਰ, ਸਰਕਾਰੀ ਅਫਸਰ, ਉਹ ਵੀ ਲੈ ਲਏ। ਹੁਣ ਜੇ ਆਪਾਂ ਕੱਲੇ ਬੰਦੇ ਦੀ ਗੱਲ ਦੇਖੀਏ, ਜਿਹੜੀ ਮੇਰੇ ਕੋਲੇ FIR ਦੀ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਨੰਬਰ 1 ਦੇ ਉੱਤੇ ਰੱਖਿਆ ਜੀ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ। ਨੰਬਰ 2 ਦੇ ਉੱਤੇ ਹੈ ਰਾਜੀਵ ਕੁਮਾਰ ਪੁੱਤਰ ਸੁਭਾਸ਼ ਕੁਮਾਰ, ਇਹ 3 ਪਾਮ ਵਾਲੇ ਹੈ, ਬਹੁਤ ਵੱਡੇ ਕਾਰੋਬਾਰੀ। ਤੀਜੇ ਨੰਬਰ ਦੇ ਉੱਤੇ ਵਿਕਾਸ ਅਰੋੜਾ, ਇਹ ਵੀ ਮਿੱਤਲ ਮਾਲ ਦੇ ਨੇੜੇ ਰਹਿੰਦੇ ਹੈ, ਇਹ ਵੀ ਚੰਗੇ ਤਕੜੇ ਬੰਦੇ ਹੈ। ਚੌਥੇ ਨੰਬਰ ਦੇ ਉੱਤੇ ਅਮਨਦੀਪ ਸਿੰਘ, ਉਹ ਵਿਚਾਰਾ ਮਤਲਬ ਮੇਰਾ ਖਿਆਲ ਹੈ ਵੀ ਉਹ ਤਾਂ ਕੀ ਹੈ ਲੱਕੜ ਨਾਲ ਘੁਣ ਕੁੱਟਿਆ ਗਿਆ, ਉਹਦਾ ਕਰਿੰਦਾ ਸੀ ਉਹਦੇ ਤੇ ਠੇਕੇ ਤੇ ਉਹਦਾ ਨਾਂ ਹੀ ਇਸਤੇਮਾਲ ਕੀਤਾ ਹੈ ਉਹ ਉਹਦੇ ਨਾਲ। 5ਵੇਂ ਨੰਬਰ ਉੱਤੇ ਆ ਗਿਆ ਜੀ ਪੰਕਜ ਕਾਲੀਆ, ਸੁਪਰਡੈਂਟ ਸਟੇਟ ਅਫਸਰ ਗੁਲਾਡਾ ਲੁਧਿਆਣਾ। ਅੱਛਾ, ਇਸ ਵੇਲੇ ਗੁਲਾਡਾ ਲੁਧਿਆਣਾ 'ਚ, ਪਹਿਲਾਂ ਇੱਥੇ ਹੀ ਹੁੰਦਾ ਸੀ। 6ਵੇਂ ਨੰਬਰ ਦੇ ਉੱਤੇ ਆ ਗਏ ਜੀ ਬਿਕਰਮਜੀਤ ਸਿੰਘ ਸ਼ੇਰਗਿੱਲ, IAS ADC ਵਿਕਾਸ ਹੈ ਤੇ ਲੱਗੇ ਮੁਕਤਸਰ ਸਾਹਿਬ। ਲਓ ਦਾਨੇ ਵਾਲੀਆ ਸਾਹਿਬ, ਜਦੋਂ ਬਿਕਰਮਜੀਤ ਸਿੰਘ ਦਾ ਨਾਂ ਆਇਆ ਨਾ ਮੈਨੂੰ ਥੋੜ੍ਹੀ ਜਿਹੀ ਤਸੱਲੀ ਹੋਈ। ਮੈਂ ਕਿਹਾ ਯਾਰ ਗੱਲ ਠੀਕ ਹੈ, ਕਿਉਂਕਿ ਬਿਕਰਮਜੀਤ ਸਿੰਘ ਸ਼ੇਰਗਿੱਲ ਹੋਰਾਂ ਨੂੰ ਕਾਫੀ ਅਹਿਮ ਪੋਜੀਸ਼ਨਾਂ ਦਿੱਤੀਆਂ ਹੋਈਆਂ ਸੀ ਇਹਨਾਂ ਦੇ ਕੋਲ ਕਾਰਪੋਰੇਸ਼ਨ ਯਾਦਵ ਸੀ ਵੱਡੇ ਬਾਦਲਾਂ ਵੇਲੇ ਤੇ ਨਾਲ ਹੀ ਇਹਨਾਂ ਦੇ ਕੋਲੇ ਛੋਟਾ BDA ਵੀ ਸੀ। ਹੁਣ ਇਹ ਜਦੋਂ ਇੱਥੋਂ ਬਦਲੀ ਹੋ ਗਈ ਤੇ ਬਦਲੀ ਕਰਕੇ ਇਹਨਾਂ ਨੂੰ ਲਾਤਾ ADC ਡਿਵੈਲਪਮੈਂਟ ਮੁਕਤਸਰ। ਆਪਣੇ ਇੱਕ ਪੱਤਰਕਾਰ ਵੀ ਹੈ, ਮਿੱਤਰ ਵੀ ਹੈ, ਆਪਣੇ ਗਾਹੇ ਬਗਾਹੇ ਆਪਣੇ ਨਾਲ ਗੱਲ ਕਰ ਲੈਂਦੇ ਆ, ਦਰਸ਼ਨ ਸਿੰਘ ਜਟਾਣਾ। ਦਰਸ਼ਨ ਜਟਾਣੇ ਦੀ ਮੈਨੂੰ ਇੱਕ ਦਿਨ ਕਾਲ ਆਈ, ਕਹਿੰਦਾ ਯਾਰ ਮੇਰੇ ਨਾਲ ਤਾਂ ਬਾਹਲੀ ਭੈੜੀ ਹੋਈ। ਮੈਂ ਕਿਹਾ ਕੀ ਹੋ ਗਿਆ ਤੈਨੂੰ? ਉਹ ਕਹਿੰਦਾ ਸਾਡੀ ਜ਼ਮੀਨ ਅਕਵਾਇਰ ਹੋ ਰਹੀ ਸੀ। ਜ਼ਮੀਨ ਅਕਵਾਇਰ ਹੋਣ ਤੋਂ ਬਾਅਦ ਕੁਛ ਮਾੜਾ ਮੋਟਾ ਵੀ ਅੱਗਾ ਪਿੱਛਾ ਕਰ ਲਈਏ, ਜਿਹੜੀ ਕੁ ਬਚਦੀ ਹੈ ਵੀ ਆ ਐਂ ਜੇ ਕਰ ਲਈਏ, ਉਹ ਕਰ ਕੇ ਜਿਹੜੀ ਦੁਬਾਰਾ ਤਕਸੀਮ ਵਾਲੀ ਗੱਲ ਹੋਣੀ ਸੀ, ਮਾਮਲਾ ਆ ਗਿਆ ਸ਼ੇਰਗਿੱਲ ਸਾਹਿਬ ਕੋਲੇ। ਕੁਦਰਤੀ ਉਹ ਕਹਿੰਦਾ ਵੀ ਕਿਸੇ ਸੱਜਣ ਦਾ ਫੋਨ ਆ ਗਿਆ ਵੀ ਕੀ ਗੱਲ ਹੈ, ਕਿਵੇਂ ਹੈ ਤੂੰ? ਕਹਿੰਦਾ ਮੈਂ ਆਖਿਆ ਜੀ ਮੈਂ ਤਾਂ ਐਂ ਕਰਕੇ ਮੇਰਾ ਤਾਂ ਕੇਸ ਚੱਲੀ ਜਾਂਦਾ। ਬੰਦਾ ਪੋਲੀਟੀਕਲੀ ਉਹਦਾ ਸਮਰੱਥ ਸੀ। ਕਹਿੰਦਾ ਮੈਂ ਕਹਿੰਦਾ ਸ਼ੇਰਗਿੱਲ ਨੂੰ, ਕਹਿੰਦੇ ਵੀ ਕਹਿ ਦੇ। ਉਹ ਕਹਿੰਦਾ ਵੀ ਉਹ ਵੱਡੇ ਬੰਦੇ ਨੇ ਮੇਰੀ ਕਰਤੀ ਸਿਫਾਰਿਸ਼, ਤੇ ਜਦੋਂ ਕਹਿੰਦਾ ਮੇਰਾ ਭਤੀਜਾ ਗਿਆ ਉੱਥੇ ਪੇਸ਼ੀ ਦੇ ਉੱਤੇ ਤੇ ਸ਼ੇਰਗਿੱਲ ਸਾਹਿਬ ਤੁਹਾਨੂੰ ਚੱਕ ਕੇ ਪੈ ਗਏ ਸ਼ੇਰ ਵਾਂਗੂ। ਕਹਿੰਦਾ ਮੈਨੂੰ ਪਤਾ ਲੱਗਿਆ ਤੇ ਮੈਂ ਫਿਰ ਫੋਨ ਕੀਤਾ ਵੀ ਸਰ ਗੱਲ ਕੀ ਆ? ਉਹ ਕਹਿੰਦਾ ਤੂੰ ਸਿਫਾਰਿਸ਼ਾਂ ਕਰਾਉਣਾ, ਤੈਨੂੰ ਪਤਾ ਮੈਂ ਬੇਪਰਵਾਹ ਕਿਸ ਤੋਂ, ਜੇ ਮਨਪ੍ਰੀਤ ਸਿਫਾਰਿਸ਼ ਕਰੂਗਾ ਮੈਂ ਤਾਂ ਮੰਨੂਗਾ। ਸਰਕਾਰ ਬਦਲ ਗਈ, ਸਾਰਾ ਕੁਛ ਬਦਲ ਗਿਆ, ਤੇ ਉਹ ਫਿਰ ਵੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਜਿਹੜੀ ਹੈ ਵਫਾ ਨਿਭਾਉਂਦਾ। ਤੇ ਮੈਂ ਕਹਿੰਦਾ ਵੀ ਧੰਨਵਾਦ ਜਿਹੜੇ ਬਠਿੰਡੇ ਦੀ ਜਿਹੜੀ ਉਹ ਟੀਮ ਹੈ ਜਿਨ੍ਹਾਂ ਨੇ ਪੜਤਾਲ ਕੀਤੀ ਹੈ, ਤੇ ਨਾਲ ਵਰਿੰਦਰ ਕੁਮਾਰ ਹੋਰਾਂ ਦਾ, ਕਿ ਇਹ ਜਿਹੜਾ ਹੈਗਾ ਸੰਜੇ ਪੋਪਲੀ ਤੋਂ ਬਾਅਦ ਦੂਜਾ ਉਹ ਅਫਸਰ ਜਿਹੜਾ ਬੰਦੇ ਨੇ ਮਤਲਬ ਵੀ ਮਲਾਈ ਛਕੀ ਹੈ ਤੇ ਛਕਾਈ ਹੈ, ਇਹ ਸਾਰਿਆਂ ਨੂੰ ਟੰਗ ਲਿਆ। ਦਾਨੇਲੀਆ ਸਾਹਿਬ ਨੂੰ ਪਤਾ ਲੱਗਿਆ ਵੀ ਅੱਜ ਬਾਦਲ ਪਿੰਡ ਦੇ ਵਿੱਚ ਵੀ ਰੇਡ ਹੋ ਗਈ। ਅੱਛਾ ਜੀ। ਮਨਪ੍ਰੀਤ ਸਿੰਘ ਬਾਦਲ ਦਾ ਕੋਈ ਪਤਾ ਨਹੀਂ ਲੱਗ ਰਿਹਾ, ਲੇਕਿਨ ਜਿਵੇਂ ਪੁਲਿਸ ਕਰਦੀ ਹੁੰਦੀ ਹੈ। ਤੇ ਮੈਨੂੰ ਫਿਰ ਉਹੀ ਮੰਜ਼ਰ ਯਾਦ ਆਉਂਦਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਫੀਤੇ ਮਾਰੇ ਸੀ ਤੁਸੀਂ, ਅਸੀਂ ਸਾਰੇ ਜਾਂਦੇ ਰਹੇ ਹਾਂ। ਤੇ ਜਦੋਂ ਆਪਾਂ ਉੱਥੇ ਪਹੁੰਚੇ ਸੀਗੇ ਬਾਲਾਸਰ, ਤੇ ਬਾਲਾਸਰ ਹਾਲਾਂਕਿ ਸੁਖਬੀਰ ਹੋਣੀ ਤਾਂ ਹੈ ਨਹੀਂ ਸੀ, ਮਨਪ੍ਰੀਤ ਹੀ ਸੀ ਅੱਗੇ। ਉਦੋਂ ਮਨਪ੍ਰੀਤ ਨੇ ਮੀਡੀਆ ਵਾਲਿਆਂ ਨੂੰ ਕਿਹਾ ਸੀ ਕਿ ਤੁਹਾਡੇ ਸਿਆਪੇ ਪਾਏ ਹੋਏ ਹੈ, ਤੁਸੀਂ ਆਹ ਖਬਰਾਂ ਜਿਹੜੀਆਂ ਲਾਈਆਂ ਤੇ ਤਾਂ ਸਾਡੇ ਘਰ ਤੱਕ ਇੱਥੇ ਪਹੁੰਚੀ ਹੈ। ਵੀ ਹੁਣ ਤਾਂ ਮੀਡੀਆ ਨੇ ਖਬਰਾਂ ਨਹੀਂ ਲਾਈਆਂ, ਹੁਣ ਤਾਂ ਜਿਹੜੀ ਕੰਪਲੇਂਟ ਦਿੱਤੀ ਹੈ ਸਰੂਪ ਚੰਦ ਸਿੰਗਲਾ ਨੇ ਦਿੱਤੀ ਹੈ, ਉਹ ਉਸੇ ਪਾਰਟੀ ਹੈ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਹੋ, ਤੇ ਤੁਹਾਡਾ ਸੋ ਕੁੱਲ ਮਿਲਾ ਕੇ ਹੁਣ ਇਸ ਵੇਲੇ ਕਦੇ ਕਹਿੰਦੇ ਹੁੰਦੇ ਆਪ ਦੀਆਂ ਕਦੇ ਬਾਪ ਦੀਆਂ। ਤੁਸੀਂ ਜ਼ਿਕਰ ਕੀਤਾ ਸੀਗਾ ਭਗਵੰਤ ਮਾਨ ਹੋਰਾਂ ਦਾ, ਤੇ ਭਗਵੰਤ ਮਾਨ ਦਾ ਚਲੋ ਠੀਕ ਹੈ, ਮੁੱਖ ਮੰਤਰੀ ਚਾਹੇ ਤਾਂ ਕੋਈ ਰਿਲੀਫ ਮਿਲ ਸਕਦੀ ਸੀ, ਪਰ ਮੇਰਾ ਖਿਆਲ ਹੈ ਵੀ ਸਿਆਸਤ ਦੇ ਵਿੱਚ ਕੋਈ ਕਦੇ ਕਿਸੇ ਦਾ ਸਕਾ ਨਹੀਂ ਹੁੰਦਾ। ਇਹ ਭਾਰਤ ਦੇ ਵਿੱਚ FIR 'ਚ ਖਾਸ ਕੀ ਲਿਖਿਆ ਜੀ ਕੋਈ ਇਹੋ ਜਿਹਾ? ਉਹਦੇ 'ਚ ਜਿਹੜੀ ਵੱਡੀ ਗੱਲ ਲਿਖੀ ਹੈ ਕਿ ਪਾਵਰ ਦੀ ਦੁਰਵਰਤੋਂ, ਅੱਛਾ ਜੀ, ਸਰਕਾਰੀ ਮਸ਼ੀਨਰੀ ਦੇ ਨਾਲ ਮਿਲ ਕੇ ਪਾਵਰ ਦੀ ਦੁਰਵਰਤੋਂ ਕੀਤੀ ਹੈ। ਔਰ ਇਹਦੇ ਤੇ ਜਿਹੜਾ ਸਰੂਪ ਚੰਦ ਸਿੰਗਲਾ ਦਾ ਰਿਐਕਸ਼ਨ ਆਇਆ, ਉਹ ਕਹਿੰਦਾ ਇਹ ਤਾਂ ਪਿਆਦੇ ਹੈ। ਅੱਛਾ ਜੀ, ਇਹ ਤਾਂ ਪਿਆਦਿਆਂ ਨੂੰ ਠੀਕ ਹੈ, ਵਿਜੀਲੈਂਸ ਨੇ ਕੇਸ ਰਜਿਸਟਰ ਕਰ ਲੈਣ ਦੇ ਖਿਲਾਫ ਹੋਣਾ ਸੀ, ਲੇਕਿਨ ਅਸਲ ਮਗਰਮੱਛ ਤਾਂ ਮਨਪ੍ਰੀਤ ਸਿੰਘ ਬਾਦਲ ਹੈ। ਉਹ ਕਹਿੰਦਾ ਵੀ ਉਹ ਸਮਾਂ ਸੀ ਬਠਿੰਡੇ ਦੇ ਵਿੱਚ ਜਦੋਂ ਸਭ ਕੁਛ ਮਨਪ੍ਰੀਤ ਹੀ ਸੀ, SSP ਵੀ ਮਨਪ੍ਰੀਤ ਸਿੰਘ, DCP ਮਨਪ੍ਰੀਤ ਸਿੰਘ ਬਾਦਲ, DGP ਵੀ ਮਨਪ੍ਰੀਤ ਸਿੰਘ ਬਾਦਲ, ਈਵਨ ਮੁੱਖ ਮੰਤਰੀ ਵੀ ਮਨਪ੍ਰੀਤ ਸਿੰਘ ਬਾਦਲ। ਬਠਿੰਡਾ ਦਾ ਮੁੱਖ ਮੰਤਰੀ ਇਹੀ ਕੁਛ ਹੁੰਦਾ ਸੀ।
ਔਰ ਉਸ ਦੌਰ ਦੇ ਵਿੱਚ ਆਪਾਂ ਨੂੰ ਪਤਾ ਕੀ ਕੁਛ ਹੁੰਦਾ ਰਿਹਾ। FIR ਦੇ ਵਿੱਚ ਇਹ ਹੈ ਕਿ ਉਹਨਾਂ ਨੇ ਨਾਕੂ ਨਾਲ ਨਾਕੂ ਮਿਲਾਤਾ। ਜਿਹੜੀ ਮਤਲਬ ਸਰਕਾਰੀ ਪਾਵਰ ਦੀ ਦੁਰਵਰਤੋਂ ਹੋਈ ਹੁੰਦੀ ਹੈ ਔਰ ਉਹਦੇ ਨਾਲ ਸਰਕਾਰੀ ਮਸ਼ੀਨਰੀ ਕਿਵੇਂ ਰੰਗ ਬਦਲਦੀ ਹੈ, ਜਿਵੇਂ ਕਹਿੰਦੇ ਗਿਰਗਟ ਰੰਗ ਬਦਲਦੀ ਹੈ, ਕਿਵੇਂ ਬਦਲਦੀ ਹੈ। ਸਰਕਾਰੀ ਮਸ਼ੀਨਰੀ ਜਿਹਨੇ ਬਚਾ ਕੇ ਰੱਖਣਾ ਸੀ ਸਰਕਾਰੀ ਪ੍ਰਾਪਰਟੀ ਨੂੰ, ਸਰਕਾਰੀ ਪ੍ਰਾਪਰਟੀ ਦੇ ਵਿੱਚੋਂ ਆਮਦਨ ਜ਼ਿਆਦਾ ਲੈਣੀ ਸੀ, ਉਹ ਇਸ ਤਰ੍ਹਾਂ ਹੋ ਗਈ ਜਿਵੇਂ ਮਤਲਬ ਪ੍ਰਾਪਰਟੀ ਡੀਲਰ ਹੁੰਦੇ। ਢਿੱਲੋਂ ਸਾਹਿਬ ਇਹ ਤਾਂ ਸਿੱਧੀ ਗੱਲ ਹੈ, ਜਿਵੇਂ ਸਰਕਾਰ ਦੇ ਵਿੱਚ ਇਹੀ ਹੈ ਵੀ ਜੇ ਸਰਕਾਰ ਦੇ ਖਜ਼ਾਨੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਨਾ ਫਿਰ ਉਹਨੂੰ ਕੋਈ ਬਖਸ਼ਦਾ ਨਹੀਂ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਬਾਕੀ ਰਿਸ਼ਵਤਾਂ ਜੋ ਮਰਜ਼ੀ ਕਰ ਲਓ, ਪਰ ਕਹਿੰਦੇ ਕਿਸਾਨ ਨੂੰ ਜਿਹੜਾ ਸਰਕਾਰ ਦਾ ਖਜ਼ਾਨਾ ਨਾ ਉਹਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਪ੍ਰਕਾਰ ਨਾਲ। ਜੇ ਖਜ਼ਾਨਾ ਮੰਤਰੀ ਹੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਵੇ ਤੇ ਜੇ ਉਹ ਨੁਕਸਾਨ ਪਹੁੰਚਾਉਣ ਤੋਂ ਬਾਅਦ ਮੁੱਖ ਮੰਤਰੀ ਵੇਲੇ ਦਾ ਮੁੱਖ ਮੰਤਰੀ ਉਸੇ ਕੋਠੀ ਦਾ ਨੀਂਹ ਪੱਥਰ ਰੱਖਣ ਵਾਸਤੇ ਆਵੇ ਜੀ, ਤੇ ਫਿਰ ਇਹਦੇ ਚ ਹੁਣ ਦੁਰਵਰਤੋਂ ਦੀ ਕੋਈ ਕਸਰ ਰਹਿ ਗਈ? ਬਿਲਕੁਲ ਜੀ। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ 'ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ। ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144 ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ at 5599647787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਬਾਈ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 0660 519622 0660 QTL because we care। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਤੋਂ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਸੋ ਢਿੱਲੋਂ ਸਾਹਿਬ, ਹੁਣ ਆਪਾਂ ਗੱਲਬਾਤ ਅੱਗੇ ਤੋਰੀਏ ਮੁਕਤਸਰ ਵੱਲ ਨੂੰ, ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਮਾਮਲੇ ਬੜੇ ਨੇ, ਨਿੱਜਰ ਮਾਮਲੇ ਦੀ ਵੀ ਗੱਲਬਾਤ ਕਰਨੀ ਹੈ, ਪਰ ਉਸ ਤੋਂ ਪਹਿਲਾਂ ਜਿਹੜੀ ਮੁਕਤਸਰ ਦੇ ਵਿੱਚ ਵਕੀਲ ਨਾਲ ਤਸ਼ੱਦਦ ਹੋਇਆ, ਸਾਰੇ ਪਾਸੇ ਜਿਹੜੀ ਹਾਹਾਕਾਰ ਮੱਚੀ ਹੋਈ ਹੈ। ਵਕੀਲ ਕਹਿੰਦੇ ਵੀ ਜੇ ਆਮ ਬੰਦੇ ਵੀ ਇਹੀ ਕਹਿ ਰਹੇ ਨੇ, ਇਹ ਤਾਂ ਵਕੀਲ ਸੀਗੇ ਭਾਈ ਜਿਨ੍ਹਾਂ ਨੇ ਹੱਥ ਪਾ ਲਿਆ, ਤੇ ਆਮ ਬੰਦੇ ਨਾਲ ਤਾਂ ਜਿਹੜੀ ਕੁੱਤੇ ਖਾਣੀ ਹੁੰਦੀ ਹੈ ਉਹਦਾ ਤਾਂ ਕੋਈ। ਦਾਨੇਵਾਲੀਆ ਸਾਹਿਬ, ਗੱਲ ਇਹ ਨਹੀਂ ਕਿ ਵਕੀਲ ਨੂੰ ਇਨਸਾਫ ਮਿਲੂਗਾ ਜਾਂ ਵਕੀਲ ਦੇ ਕਹਿਣ ਤੇ ਜਾਂ ਉਹਦੀ ਰਿਕੁਐਸਟ ਦੇ ਉੱਤੇ ਜਾਂ ਵਕੀਲਾਂ ਦੇ ਦਬਾਅ ਦੀ ਵਜ੍ਹਾ ਕਾਰਨ ਪੁਲਿਸ ਵਾਲਿਆਂ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ। ਸਵਾਲ ਇਹ ਹੈ ਕਿ ਇਸ ਦੌਰ ਦੇ ਵਿੱਚ ਨਾ ਤਾਂ ਅੱਤਵਾਦ ਹੈ ਜੀ, ਨਾ ਇੱਥੇ ਕਿਸੇ ਕਿਸਮ ਦੀ ਕੋਈ ਗੜਬੜ ਹੈ, ਪੀਸਫੁਲ ਸਟੇਟ ਹੈ। ਜਿਹੜੀ ਗੜਬੜ ਸਾਹਮਣੇ ਆ ਰਹੀ ਹੈ, ਸਰਕਾਰਾਂ ਕਹਿ ਰਹੀਆਂ, ਉਹ ਗੱਲ ਕਹਿ ਰਹੀਆਂ ਕਿ ਜੀ ਇਸ ਵੇਲੇ ਸਾਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਹੈਗਾ ਗੈਂਗਸਟਰਵਾਦ ਔਰ ਟੈਰਰਿਜ਼ਮ ਜਿਹਨੂੰ ਪ੍ਰਮੋਟ ਕਰਦੀਆਂ ਕੁਝ ਪੱਛਮੀ ਤਾਕਤਾਂ, ਉਹਨਾਂ ਦਾ ਨਾਮ ਲੈਂਦੇ ਆ ਡਾਇਰੈਕਟ ਤੌਰ ਤੇ, ਕੈਨੇਡਾ ਦਾ ਸਿੱਧਾ ਹੀ ਲਈ ਜਾਂਦੇ ਬਿਲਕੁਲ ਵੀ ਉਹਨਾਂ ਤੋਂ ਖਤਰਾ ਸਾਨੂੰ ਹੋਰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ, ਦੇਸ਼ ਦੇ ਅੰਦਰੋਂ ਤਾਂ ਕੋਈ ਖਤਰਾ ਨਹੀਂ। ਜਿਹੜੀਆਂ ਕੋਈ ਕਿਲਿੰਗਸ ਵਗੈਰਾ ਵੀ ਹੋ ਰਹੀਆਂ ਉਹ ਟਾਰਗੇਟ ਕਿਲਿੰਗਸ ਹੋ ਰਹੀਆਂ, ਉਹ ਆਮ ਕੋਈ ਇੱਕ ਦੂਜੇ ਨੂੰ ਬੰਦਾ ਨਹੀਂ ਮਾਰਦਾ। ਤੇ ਇਸ ਦੌਰ ਦੇ ਵਿੱਚ ਉਹ ਕੁਛ ਹੋਵੇ ਜਿਹੜਾ ਕੁਛ ਅੱਤਵਾਦ ਦੇ ਯੁੱਗ ਵਿੱਚ ਹੋਇਆ ਸੀ। ਉਹਨੂੰ ਯਾਦ ਕਰੋ ਤੁਸੀਂ, ਚਲੋ 25-30 ਸਾਲ 50 ਸਾਲ 40 ਸਾਲ ਪਹਿਲਾਂ ਤੱਕ ਬਠਿੰਡੇ ਦੇ ਵਿੱਚ CIA ਸਟਾਫ ਸੀ। CIA ਸਟਾਫ ਦੇ ਵਿੱਚ ਇੱਕ ਇੰਸਪੈਕਟਰ ਸਾਹਿਬ ਸੀ। ਉਸ ਇੰਸਪੈਕਟਰ ਨੇ ਮਾਂ ਨੂੰ ਤੇ ਪੁੱਤ ਨੂੰ ਇੱਕ ਦੂਜੇ ਦੇ ਸਾਹਮਣੇ ਨੰਗਾ ਕੀਤਾ ਸੀ ਜੀ। ਇੰਨੇ ਸਮੇਂ ਬਾਅਦ ਜਿਵੇਂ ਕਹਿੰਦੇ ਹੁੰਦੇ ਵੀ ਸਾਰਾ ਕੁਝ ਬਦਲ ਕੇ ਸਾਰਾ ਬਦਲ ਜਾਂਦਾ। ਅੱਜ ਕੱਲ੍ਹ ਕਹਿੰਦੇ ਪੜ੍ਹੀ ਲਿਖੀ ਪੁਲਿਸ ਆ ਗਈ, ਨੌਜਵਾਨ ਮੁੰਡੇ ਆ ਗਏ, ਵੈਲ ਐਜੂਕੇਟਡ ਹੈ, ਕਹਿੰਦੇ ਧੱਕਾ ਨਹੀਂ ਕਰਦੇ। ਲੇਕਿਨ 2 ਘਟਨਾਵਾਂ ਵਾਪਰੀਆਂ ਜੀ
ਇੱਕ ਢਿੱਲੋਂ ਭਰਾਵਾਂ ਵਾਲੀ ਜਿਹੜੇ ਉਹ ਦਰਿਆ 'ਚ ਮਾਰ ਕੇ ਦਰਿਆ 'ਚ ਮਰੇ ਹੈ। ਉਹ ਕਿਉਂ ਮਰੇ? ਕਿਉਂਕਿ ਉਹਨਾਂ ਨੂੰ ਵੀ ਜ਼ਲੀਲ ਕੀਤਾ ਸੀ, ਲਗਭਗ ਇਹੋ ਜਿਹਾ ਕੁਛ ਹੋਇਆ ਸੀ। ਲੇਕਿਨ ਜਿਹੜੀ ਮੁਕਤਸਰ ਵਾਲੀ ਜਲਾਲਤ ਹੈ ਤਾਂ ਮੇਰੇ ਖਿਆਲ ਸਾਰੇ ਹੱਦਾਂ ਬੰਨੀ ਟੱਪ ਗਈ। ਬੰਦਾ ਵਕੀਲ ਹੋਵੇ, ਉਹ ਬੰਦੇ ਨੂੰ ਤੁਸੀਂ ਫੜਦੇ ਹੋ, ਟੌਰਚਰ ਕਰਦੇ ਹੋ, ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਦੇ ਹੋ, ਔਰ ਫਿਰ ਅਨਨੈਚੁਰਲ ਮੈਨੂੰ ਤਾਂ ਸੰਗ ਆਉਂਦੀ ਹੈ ਕਿ ਆਪਾਂ ਉਹ ਗੱਲ ਜ਼ਿਕਰ ਨਹੀਂ ਕਰ ਸਕਦੇ। ਸਾਡੀਆਂ ਧੀਆਂ ਭੈਣਾਂ ਸਾਰੇ ਲੋਕ ਸੁਣਦੇ ਆ ਕਿ ਸੱਭਿਅਕ ਸੁਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਸੱਭਿਅਕ ਸੁਸਾਇਟੀ ਨੂੰ ਜਵਾਬਦੇ ਹਾਂ ਜੀ। ਜਿਹੜੀ ਗੱਲ ਦਾ ਆਪਾਂ ਜ਼ਿਕਰ ਵੀ ਨਹੀਂ ਕਰ ਸਕਦੇ, ਉਹ ਜੇ ਕਸਟਡੀ ਦੇ ਵਿੱਚ ਇਹ ਕੁਛ ਹੋਵੇ ਤਾਂ ਮੇਰੇ ਖਿਆਲ ਮੁਤਾਬਕ ਇਹ ਤੋਂ ਵੱਡੀ ਕੋਈ ਦਰਿੰਦਗੀ ਨਹੀਂ ਹੋ ਸਕਦੀ। ਮੈਨੂੰ ਤਾਂ ਅਜੇ ਤੱਕ ਮਤਲਬ ਇਸ ਗੱਲ ਦਾ ਕਿ ਸਾਰਾ ਕੁਝ ਸਾਹਮਣੇ ਆ ਗਿਆ। ਬੰਦਾ ਜਿਹੜੇ ਬੰਦੇ ਨੇ, ਬਰਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ, ਉਹ ਕਸਟਡੀ 'ਚ ਸੀ ਜੀ, ਜੁਡੀਸ਼ੀਅਲ ਕਸਟਡੀ 'ਚ। ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹਦਾ ਮੈਡੀਕਲ ਹੁੰਦਾ, ਡਾਕਟਰੀ ਮੈਨ ਜਿਹਨੂੰ ਆਪਾਂ ਕਹਿ ਦਿੰਦੇ, ਉਹਦੀ ਰਿਪੋਰਟ ਮਾਣਯੋਗ ਅਦਾਲਤ ਕੋਲੇ ਪਹੁੰਚਦੀ ਹੈ। 13 ਪੇਜਾਂ ਦੀ ਅਦਾਲਤ ਜਿਹੜੀ ਹੈਗੀ ਹੈ ਸਟੇਟਮੈਂਟ ਲਿਖਦੀ ਹੈ ਤੇ ਨਾਲ ਰਿਪੋਰਟ ਨੂੰ ਪੜ੍ਹਦੀ ਹੈ। ਰਿਪੋਰਟ ਦੇ ਵਿੱਚ ਜੋ ਕੁਛ ਲਿਖਿਆ ਹੋਇਆ, ਜਿਹਨੇ ਪੁਸ਼ਟੀ ਕੀਤੀ ਹੈ ਤਸ਼ੱਦਦ ਦੀ, ਤੇ ਗਾਂ ਜਿਹੜੀ ਉਹਦੇ ਨਾਲ ਵਾਪਰੀ ਹੈ, ਉਹ ਬੰਦਾ ਸੁਣਾਉਂਦਾ ਕਿ ਮੇਰੇ ਨਾਲ ਆਹ ਕੁਛ ਵਾਪਰਿਆ ਹੋਇਆ। ਉਹਦੇ ਤੇ ਅਦਾਲਤ ਫਿਰ FIR ਦਰਜ ਕਰਨ ਦਾ ਹੁਕਮ ਦੇ ਦਿੰਦੀ ਹੈ। CRPC ਦੀ ਧਾਰਾ 156(3) ਦੇ ਤਹਿਤ ਅਦਾਲਤ ਦੇ ਦਿੰਦੀ ਹੈ। ਗੱਲ ਇਹਦੇ 'ਚ ਇਕੱਲੀ ਇੱਕ ਇੰਸਪੈਕਟਰ ਦੀ ਨਹੀਂ, ਇਹਦੇ ਵਿੱਚ ਕਈ ਅਫਸਰ ਵੀ ਆ ਗਏ ਨੇ, ਗਜ਼ਟਡ ਅਫਸਰ ਆ ਗਏ, SP ਰੈਂਕ, DSP ਰੈਂਕ। ਔਰ ਮੈਨੂੰ ਅਫਸੋਸ ਨਾਲ ਇਹ ਗੱਲ ਕਹਿਣਾ ਪੈਂਦਾ ਹੈ ਸਾਡੀ ਸਰਕਾਰ ਬਾਰੇ ਕਿ ਸਰਕਾਰ ਨੂੰ ਕੁਝ ਪਤਾ ਹੀ ਨਹੀਂ, ਜਾਂ ਸਰਕਾਰ ਨੂੰ ਉੱਪਰੋਂ ਜਿਹੜੀ ਲਾਲ ਫੀਤਾਸ਼ਾਹੀ ਆ ਉਹ ਗੁੰਮਰਾਹ ਕਰੀ ਜਾਂਦੀ ਹੈ। ਜੋ ਕੁਝ ਮਾਨਸਾ 'ਚ ਹੋਇਆ ਤੇ ਸਰਕਾਰ ਨੂੰ ਜਿਹੜੀ ਤੋਏ ਦਾ ਸਾਹਮਣਾ ਕਰਨਾ ਪਿਆ ਜੀ, ਉਹਦਾ ਆਪਾਂ ਸਾਰੇ ਜਾਣਦੇ ਹਾਂ ਕਿ ਸਰਕਾਰ ਨੂੰ 2 ਮਾਮਲਿਆਂ 'ਚ ਪਹਿਲਾ ਮੁਕੱਦਮੇ ਦਰਜ ਹੋਏ ਪਰਮਿੰਦਰ ਸਿੰਘ ਝੂਠਾ ਦੇ ਖਿਲਾਫ, ਤੇ ਫਿਰ ਉਹ ਦੋਨੇ ਮੁਕੱਦਮੇ ਵਾਪਸ ਲਏ ਜੀ। ਵਾਪਸ ਲੈਣ ਤੋਂ ਬਾਅਦ ਜਿਹੜਾ ਹੈਗਾ ਮਾਮਲਾ ਕਹਿੰਦੇ ਜੀ ਪੀਸਫੁਲ ਚੱਲਦਾ, ਲੇਕਿਨ ਜਿਸ ਢੰਗ ਨਾਲ ਵਾਪਸ ਲਏ ਗਏ ਹੈ ਕਿ ਐਜੀਟੇਸ਼ਨ ਚੱਲੀ, ਐਜੀਟੇਸ਼ਨ ਇੰਨੀ ਮਜ਼ਬੂਤ ਹੋ ਗਈ ਕਿ ਮੁੱਖ ਮੰਤਰੀ ਦੇ OSD ਨੂੰ ਆਉਣਾ ਪਿਆ, ਔਰ ਆ ਕੇ ਉਹਨਾਂ ਨੇ ਮੰਨਿਆ ਕਿ ਗਲਤ ਹੋ ਗਿਆ ਸਾਰਾ ਕੁਛ। ਉਹ ਗਲਤ ਆ ਕੇ ਉਸ ਬੰਦੇ ਨੂੰ ਰਿਹਾ ਕਰਵਾਇਆ। ਉੱਥੇ ਜਿਹੜੇ DSP ਦੇ ਉੱਤੇ ਉਂਗਲ ਉੱਠਦੀ ਸੀ ਜੀ, ਕਿ ਜਿਹੜਾ DSP ਸੂਤਰਧਾਰ ਸੀ ਸਾਰੇ ਮਾਮਲੇ ਦਾ, ਜਿਹੜੇ ਉਹ ਹੈਗੇ ਡਰੱਗਸ ਦਾ ਕੰਮ ਕਰਨ ਵਾਲੇ, ਕੈਮੀਕਲ ਜਾਂ ਆਪਾਂ ਕਹਿ ਦਈਏ ਮੈਡੀਕਲ ਡਰੱਗਸ ਦਾ ਕੰਮ ਕਰਦੇ ਹੈ, ਉਹਨਾਂ ਦੇ ਦਰਮਿਆਨ ਤੇ ਵੱਡੇ ਅਫਸਰਾਂ ਦੇ ਦਰਮਿਆਨ ਕੜੀ ਦਾ ਕੰਮ ਕਰਨ ਵਾਲੇ ਬੰਦੇ, ਜਿਹਦਾ ਇਹ ਸੀ ਕਿ ਸਾਰੀ ਸਰਵਿਸ ਹੀ ਮਾਨਸਾ ਦੀ ਜੀ, ਥਾਣੇਦਾਰ ਵੀ ਉੱਥੇ, ਇੰਸਪੈਕਟਰ ਵੀ ਉੱਥੇ ਤੇ DSP ਵੀ ਉੱਥੇ। ਜਦੋਂ ਉਹ ਬੰਦੇ ਦਾ ਇਸ ਕਿਸਮ ਦਾ ਕੋਈ ਕਿਰਦਾਰ ਤੁਹਾਡੇ ਸਾਹਮਣੇ ਆ ਜਾਏ ਕਿ ਉਹਨੇ ਗਲਤ ਕੰਮ ਕੀਤਾ, ਤਾਂ ਉਸ ਬੰਦੇ ਨੂੰ ਤਾਂ ਉਸ ਥਾਂ ਦੇ ਉੱਤੇ ਤਬਦੀਲ ਕਰਨਾ ਚਾਹੀਦਾ ਜਿੱਥੇ ਪਬਲਿਕ ਡੀਲਿੰਗ ਨਾ ਹੋਵੇ। ਲੇਕਿਨ ਬੰਦੇ ਨੂੰ ਮੁਕਤਸਰੋਂ ਮਾਨਸਾ ਤੋਂ ਪੱਟਿਆ, ਬਠਿੰਡੇ ਵਿੱਚ ਦੀ ਲਿਜਾ ਕੇ ਤੇ ਲਾਤਾ ਮਾਨਸਾ, ਮੁਕਤਸਰ ਲਾਤਾ, ਬਠਿੰਡਾ ਤੋਂ ਮਤਲਬ ਮਾਨਸਾ ਤੋਂ ਬਾਇਆ ਬਠਿੰਡਾ, ਮੁਕਤਸਰ ਲਾਤਾ, ਤੇ ਉਹਦੀ ਮੌਜੂਦਗੀ ਸਾਰਾ ਕੁਛ ਹੈ। ਉਹਦਾ ਨਾਂ ਵੀ FIR ਦੇ ਵਿੱਚ। ਪਰ ਹੁਣ ਤੱਕ ਜਿਹੜੀ ਹੈ ਜੋ ਮਾਨ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿ ਜਦੋਂ ਇਸ ਕਿਸਮ ਦੀ ਅਣਮਨੁੱਖੀ ਤੇ ਦਰਿੰਦਗੀ ਭਰਪੂਰ ਜਿਹੜੀ ਹੈ ਘਟਨਾ ਸਾਹਮਣੇ ਆ ਜੇ, ਉਹਨਾਂ ਲੋਕਾਂ ਨੂੰ ਤਾਂ ਟੰਗਣਾ ਚਾਹੀਦਾ ਸੀ, ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। FIR ਉਹ ਕਹਿੰਦੇ, ਥਾਣੇਦਾਰ ਕਹਿੰਦਾ ਮੈਂ ਤਾਂ ਹਜੇ DA ਲੀਗਲ ਨੂੰ ਭੇਜੂਗਾ, ਵੀ ਸਾਨੂੰ ਕਿਹੜਾ ਹੁਕਮ ਹੋਇਆ ਵੀ ਕਿਹੜੇ ਤੇ ਪਰਚਾ ਦਰਜ ਕਰੋ, ਕਿਵੇਂ ਕਰਨਾ। ਉਹ ਤਾਂ DA ਲੀਗਲ ਨੂੰ ਭੇਜ ਦੂ, DA ਲੀਗਲ ਜੱਜ ਨਾਲ ਤਾਂ ਨਹੀਂ ਵੱਡਾ। ਹਾਂਜੀ, ਜੱਜ ਜਦੋਂ ਕਹੀ ਜਾਂਦਾ ਕਿ ਤੁਸੀਂ FIR ਦਰਜ ਕਰੋ, FIR ਤਾਂ ਉਹਨਾਂ ਨੇ ਆਪਣੇ ਆਪ ਹੀ ਦੇਖ ਲੈਂਦਾ ਵੀ ਕੀ ਬੰਦਾ। ਉਹਦਾ ਨੇ ਆਪਣੀ ਸਟੇਟਮੈਂਟ ਦੇ ਵਿੱਚ ਵੀ ਜਿਹੜਾ ਵਿਕਟਮ ਹੈ ਉਹਨੇ ਕਿਹਾ ਵੀ ਆਹ ਕੁਛ ਹੈ। ਇਹਦੇ ਨਾਲ ਅਗਲੀ ਗੱਲ ਦੇਖੀਏ ਦਾਨੇਵਾਲੀਆ ਸਾਹਿਬ, ਤੇ ਫਿਰ ਜੇ ਮਤਲਬ ਇਸ ਤਰ੍ਹਾਂ ਬਚਾਉਣ ਦੇ ਉੱਤੇ ਆ ਗਏ ਤੇ ਇਹਦਾ ਕੀ ਹੋਊਗਾ? ਕੀ ਮੈਨੂੰ ਲੱਗਦੀ ਹੈ ਵੀ ਪੰਜਾਬ ਭਰ ਦੇ ਵਿੱਚ ਵਕੀਲ ਜਿਹੜੇ ਐਜੀਟੇਸ਼ਨ ਕਰਨਗੇ। ਨਹੀਂ, ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਬੜੀ ਸਖਤ ਉੱਥੇ ਨਾ ਮੁਕਤਸਰ ਵਾਲਿਆਂ ਨੇ, ਕਿਉਂਕਿ ਏਜੰਡਾ ਤਾਂ ਮੁਕਤਸਰ ਨੇ ਦੇਣਾ ਨਹੀਂ। ਹਾਂਜੀ, ਉਹ ਇਹਦੇ 'ਚ ਹੈ ਨਾ ਵੀ ਇਹ ਜਿਹੜਾ ਹੈਗਾ ਭਾਈਚਾਰਾ, ਜਿਹੜਾ ਵਕੀਲਾਂ ਦਾ ਭਾਈਚਾਰਾ, ਇਹਦੇ 'ਚ ਇਹ ਕਰਦੇ ਹੁੰਦੇ ਹੈ ਕਿ ਕਾਲ ਜਿਹੜੀ ਇੱਕ ਥਾਂ ਤੋਂ ਆ ਜਾਂਦੀ ਹੈ ਤੇ ਫਿਰ ਸਾਰੇ ਪੰਜਾਬ ਦੇ ਵਿੱਚੋਂ ਲਾਗੂ ਹੁੰਦੀ ਹੈ। ਪੁਰਾਣਾ ਹੀ ਕੰਮ ਤੁਰਿਆ ਹੁੰਦਾ ਹੈ ਇਹਨਾਂ ਦਾ, ਆਪਣਾ ਜਿਹੜਾ ਹੈਗਾ ਅੱਗੇ ਐਜੀਟੇਸ਼ਨ ਦਾ, ਵਕੀਲ ਸਾਹਿਬ ਆਉਂਦਾ ਐਜੀਟੇਸ਼ਨ ਦਾ। ਤੇ ਮੇਰੇ ਖਿਆਲ ਮੁਤਾਬਕ ਇਹ ਐਜੀਟੇਸ਼ਨ ਪੰਜਾਬ ਪੱਧਰ ਤੇ ਜਾਊਗੀ, ਔਰ ਪੰਜਾਬ ਪੱਧਰ ਤੇ ਇਹੋ ਜਿਹੀ ਜਾਊਗੀ ਕਿ ਜਿੰਨੀ ਦੇਰ ਤੱਕ ਅਮਲ ਨਹੀਂ ਹੁੰਦਾ ਇਹ ਸਾਰੇ ਮਾਮਲੇ ਤੇ ਅਦਾਲਤ ਦੇ ਹੁਕਮ ਤੇ, ਉਨੀ ਦੇਰ ਕਿਸੇ ਨੇ ਵਾਪਸ ਨਹੀਂ ਲੈਣਾ। ਢਿੱਲੋਂ ਸਾਹਿਬ, ਮੇਰੇ ਕੋਲੇ ਤਾਂ ਇੱਥੋਂ ਤੱਕ ਖਬਰਾਂ ਨੇ, ਜਦੋਂ ਦੂਜੀ ਵਾਰੀ ਮੈਡੀਕਲ ਕਰਾਉਣ ਗਏ ਜੀ, 2 ਡਾਕਟਰ ਭੱਜ ਗਏ ਜੀ ਉੱਥੋਂ, ਐਮਰਜੈਂਸੀ ਮੈਡੀਕਲ। ਫਿਰ ਲੇਡੀ ਮੈਡੀਕਲ ਉਹਨੇ ਕੀਤਾ, ਉਹਦੇ ਕੋਲੇ ਡਿਪਟੀ ਪਹੁੰਚ ਕੇ ਜਾ ਕੇ ਡੰਡਾ ਲੈ ਕੇ ਕਹਿੰਦਾ ਮੇਰੇ ਮੁਤਾਬਕ ਲਿਖ, ਜੋ ਪਹਿਲਾਂ ਲਿਖਿਆ ਜਿਹੜੇ ਨੇ, ਉਹ ਕਹਿੰਦੀ ਐਂ ਕਰ ਬਾਹਰ ਹੋ ਜਾ, ਅਦਾਲਤ ਦਾ ਹੁਕਮ ਹੈ, ਵੀਡੀਓਗ੍ਰਾਫੀ ਹੋਣੀ ਹੈ, ਤੇਰਾ ਵਿੱਚ ਨਾ ਆ ਜੂ, ਮੈਂ ਵਿੱਚ ਲਿਖ ਦੂੰ। ਦਾਨੇਵਾਲੀਆ ਸਾਹਿਬ, ਤੁਹਾਡੇ ਯਾਦ ਹੋਣਾ, ਤੁਹਾਡੇ ਗੁਆਂਢ 'ਚ ਇੱਕ ਨਵਦੀਪ ਸਿੰਘ ਜੀਦਾ ਰਹਿੰਦੇ, ਅੱਜ ਕੱਲ੍ਹ ਉਹ ਸ਼ੂਗਰ ਫੈਡ ਦੇ ਚੇਅਰਮੈਨ ਹੈ।
ਤੇ ਜਿਹੜੇ ਵੇਲੇ ਦੀ ਮੈਂ ਗੱਲ ਕਰਦਾ ਉਸ ਵੇਲੇ ਉਹੀ ਨਵਦੀਪ ਸਿੰਘ ਜੀ ਦਾ ਆਮ ਆਦਮੀ ਪਾਰਟੀ ਦੇ ਵੀ ਜ਼ਿਲ੍ਹਾ ਪ੍ਰਧਾਨ ਸੀ ਤੇ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਸੀ। ਉਹ ਬੰਦਾ ਆ ਰਿਹਾ, ਉਹ ਥੋੜੀ ਕੋਈ ਉਹਨੂੰ ਤਕਲੀਫ ਹੈ, ਉਹ ਕਹਿੰਦਾ ਮੈਂ ਦਵਾਈ ਲੈਣੀ ਹੈ, ਮੈਂ ਐਂ ਦੀ ਟੱਪ ਜਾ। ਜਿਹੜੇ ਉੱਥੇ ਪੁਲਿਸ ਦੇ ਮੁਲਾਜ਼ਮ ਸਾਹਿਬ ਸੀ ਉਹਨਾਂ ਦੇ ਟੈਲੀਫੋਨ ਕਹਿੰਦੇ ਕੰਨ ਨੂੰ ਲੱਗਿਆ ਸੀ। ਉਹ ਜੀ ਚਲੋ ਉਹਦੇ ਕੋਈ ਧਿਆਨ ਨਾ ਆਇਆ, ਜਦੋਂ ਟੱਪਣ ਲੱਗਿਆ ਉੱਥੋਂ ਦੀ ਤੇ ਉੱਥੇ ਤਲਖਲਾਮੀ ਹੋ ਗਈ, ਤੂੰ ਮੈਂ ਹੋ ਗਈ, ਛਿੱਤਰ ਛਿੱਤਰੀ ਹੋ ਗਏ, ਵਕੀਲ ਦੇ ਛਿੱਤਰ ਮਾਰੇ। ਕਿੱਡੀ ਮਾੜੀ ਗੱਲ ਹੈ ਵੀ ਵਕੀਲ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰੇ। ਤੇ ਉਦੋਂ ਤੁਹਾਡੇ ਯਾਦ ਹੋਣਾ ਵੀ ਇੱਕ ਐਜੀਟੇਸ਼ਨ ਹੋਈ ਸੀ ਜੀ, ਉਸ ਐਜੀਟੇਸ਼ਨ ਨੇ ਵੀ ਪੰਜਾਬ ਹਿਲਾਤਾ ਸੀ। ਉਹਨਾਂ ਦਿਨਾਂ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ, ਇਸੇ ਵਾਲੀ ਗੱਲ। ਉਹਨਾਂ ਦਿਨਾਂ ਦੇ ਵਿੱਚ ਕਿਸੇ ਬੰਦੇ ਨੇ ਇੱਧਰੋਂ ਮੌੜ ਮੰਡੀ ਦੇ ਇਲਾਕੇ ਦੇ ਵਿੱਚ ਕੋਈ ਬੰਦਾ ਸੀ ਤੇ ਉਹਨੇ ਇੱਕ ਪੋਸਟ ਪਾਤੀ ਵੀ ਇਹੋ ਜਿਹੇ ਬੰਦੇ ਨੂੰ ਤਾਂ ਮਾਰ ਦੇਣਾ ਚਾਹੀਦਾ ਹੈ, ਜਿਹੜੇ ਬੰਦੇ ਨੇ ਵਕੀਲ ਨਾਲ ਇਸ ਤਰ੍ਹਾਂ ਕੀਤਾ, ਤੇ ਜੇ ਕੋਈ ਮਾਰ ਦੂਗਾ ਤਾਂ ਮੈਂ ਉਹਨੂੰ ਇੰਨਾ ਇਨਾਮ ਦੇ ਦੂੰ। ਉਹਨੇ ਮਾਰ ਦੇਣ ਦੀ ਧਮਕੀ ਦਿੱਤੀ ਸੀ। ਕੇਸ ਉਹਦੇ ਚ ਬਣਦਾ ਸੀ ਤੇ ਕੇਸ ਕੀ ਬਣਾਤਾ ਸੀ ਕਿ ਬੰਦਾ ਮਾਰਤਾ 302 ਲਾਤਾ। 302 ਲਾਤੀ, ਦੱਸੋ 302 ਲਾਤੀ ਜੀ। ਇਹੋ ਜਿਹੇ ਅਫਸਰ ਤੇ ਇਹੋ ਜਿਹੀ ਕਾਰਵਾਈ ਹੈ। ਔਰ ਬੜਾ ਠੋਕ ਕੇ ਕਿਹਾ ਸੀ ਆ ਕੇ SSP ਨੇ, ਉਹ ਅੱਜ ਕੱਲ੍ਹ ਵੀ ਉਹ ਜੇ ਕਿਸੇ ਜ਼ਿਲ੍ਹੇ 'ਚ SSP ਲੱਗਾ ਉਹਨੇ ਕਹਿੰਦਾ ਹਾਂਜੀ ਠੀਕ ਹੈ, ਪਰ ਇਹ ਨਹੀਂ ਜਦੋਂ ਕਹਿੰਦਾ ਮਾਰ ਦੇਗਾ ਤਾਂ ਲਾਤੀ 302 ਤੇ ਉਹ ਹਾਈ ਕੋਰਟ ਦੇ ਵਿੱਚੋਂ ਮਤਲਬ ਜਿਹੜੀ ਚੰਗੀਆਂ ਝਿੜਕਾਂ ਪਈਆਂ ਸੀ। ਇਹ ਸਥਿਤੀ ਹੋ ਰਹੀ ਹੈ। ਮੈਨੂੰ ਤਾਂ ਇਹ ਲੱਗਦੀ ਹੈ ਕਿਤੇ ਵੀ ਉਹ ਵਕੀਲ ਤੇ ਨਾ ਵਿਚਾਰੇ ਤੇ ਫਿਰ ਲਾ ਦੇਣ, ਕਿਉਂਕਿ ਟ੍ਰੇਨਡ ਤਾਂ ਹੈਗਾ ਹੀ ਹੈ ਨਾ। DSP ਜਿਹੜਾ ਉੱਥੋਂ ਗਿਆ ਵਾ, ਜਿਵੇਂ ਤੁਸੀਂ ਦੱਸੀ ਇਹਨੂੰ ਵੀ ਜਾ ਕੇ ਲੇਡੀ ਆਫੀਸਰ ਨੂੰ ਵੀ ਕਹਿ ਰਿਹਾ, ਡਾਕਟਰ ਨੂੰ ਵੀ ਕਹਿ ਰਿਹਾ ਸੀ ਨਹੀਂ ਸਾਡੀ ਮਰਜ਼ੀ ਮੁਤਾਬਕ ਲਿਖ। ਇਹ ਦੇਖੋ ਆਹ ਚੀਜ਼ਾਂ ਜਿਹੜੀਆਂ ਨੇ ਦੋ ਕਿਸਮ ਦੇ ਹੁੰਦੇ। ਇੱਕ ਵਾਰਦਾਤ ਹੁੰਦੀ ਹੈ ਕਿ ਅਚਨਚੇਤ ਕਤਲ ਹੋ ਗਿਆ, ਬਿਲਕੁਲ ਉਹ ਟਰੇਸ ਕਈ ਵਾਰੀ ਨਹੀਂ ਵੀ ਹੁੰਦਾ, ਉਹ ਹੈ ਵੀ ਅਚਨਚੇਤ ਹੋ ਗਿਆ, ਜੇ ਕੋਈ ਟਾਰਗੇਟ ਕਿਲਿੰਗ ਹੋ ਜਾਏ ਜਾਂ ਕਈ ਵਾਰੀ ਪ੍ਰੋਵੋਕੇਸ਼ਨ ਹੋ ਜਾਂਦੀ ਉਹ ਹੈ। ਲੇਕਿਨ ਜਿਹੜਾ ਸਟਰੀਟ ਕ੍ਰਾਈਮ ਹੈ ਜੀ ਤੇ ਜਿਹੜਾ ਸਟੇਟ ਦਾ ਕ੍ਰਾਈਮ ਹੈ, ਸਟਰੀਟ ਕ੍ਰਾਈਮ ਤੇ ਸਟੇਟ ਦਾ ਕ੍ਰਾਈਮ ਜਿਹੜਾ ਹੈ ਸਰਕਾਰਾਂ ਦਾ ਪੱਠਾ ਬੰਨ੍ਹਦਾ ਹੈ। ਜੀ ਚੋਰੀ ਹੋ ਗਈ, ਝਪਟਮਾਰੀ ਹੋ ਗਈ, ਕਿਸੇ ਦਾ ਕੋਈ ਪਰਸ ਖੋ ਕੇ ਲੈ ਗਿਆ, ਕਿਸੇ ਦਾ ਕੋਈ ਮੋਬਾਈਲ ਖੋ ਕੇ ਲੈ ਗਿਆ, ਕਿਸੇ ਦੀਆਂ ਕੋਈ ਬਾਲੀਆਂ ਪੱਟ ਕੇ ਲੈ ਗਿਆ। ਔਰ ਜਾਂ ਦੂਜੇ ਪਾਸੇ ਜਦੋਂ ਸਟੇਟ ਦੀ ਮਸ਼ੀਨਰੀ ਇਸ ਤਰ੍ਹਾਂ ਦਾ ਤਸ਼ੱਦਦ ਕਰਦੀ ਹੈ ਤਾਂ ਫਿਰ ਉਹ ਸਰਕਾਰਾਂ ਲਈ ਬਹੁਤ ਮਹਿੰਗਾ ਪੈਂਦਾ। ਔਰ ਇਹ ਮੁਕਤਸਰ ਦੀ ਧਰਤੀ 40 ਮੁਕਤਿਆਂ ਦੀ ਧਰਤੀ ਹੈ। ਉੱਥੋਂ ਦੀ ਐਜੀਟੇਸ਼ਨ ਜਿਹੜੀ ਹੈਗੀ ਹੈ, ਕਈ ਪਹਿਲਾਂ ਵੀ ਐਜੀਟੇਸ਼ਨ ਆਪਾਂ ਦੇਖੀਆਂ ਤੇ ਖਾੜਕੂਬਾਦ ਦੇ ਦੌਰ ਦੇ ਵਿੱਚ ਵੀ ਦੇਖਿਆ, ਬੜਾ ਕੁਛ ਇੱਥੇ ਹੁੰਦਾ ਰਿਹਾ। ਔਰ ਇਹ ਸਰਕਾਰ ਨੂੰ ਮਤਲਬ ਮਹਿੰਗਾ ਪੈ ਸਕਦਾ ਹੈ। ਚਾਹੀਦਾ ਇਹ ਹੈ ਕਿ ਇਹ ਤੋਂ ਪਹਿਲਾਂ ਕਿ ਐਜੀਟੇਸ਼ਨ ਜਿਹੜੀ ਵਿਆਪਕ ਰੂਪ ਅਖਤਿਆਰ ਕਰੇ, ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਜੀ। ਤੇ ਉਧਰ ਢਿੱਲੋਂ ਸਾਹਿਬ ਬੜੀਆਂ ਵੀਡੀਓਜ਼ ਆ ਰਹੀਆਂ ਨੇ ਅਮਰੀਕਾ ਦੇ। ਇੱਕ ਮੈਂ ਵੇਖ ਰਿਹਾ ਸੀਗਾ ਵੀ ਵੀਡੀਓ ਬੜੀ ਉਹਨੇ ਝਿੜਕ ਮਾਰੀ ਹੈ ਵੀ ਅਸੀਂ ਕਿਤੇ ਵੀ ਜਿਹੜਾ ਵੀ ਇਹ ਨਹੀਂ ਹੈਗਾ ਵੀ ਕੋਈ ਆ ਕੇ ਵਿਦੇਸ਼ ਦੀ ਧਰਤੀ ਦੇ ਉੱਤੇ ਸਾਡੇ ਸਿਟੀਜ਼ਨਸ ਨੂੰ ਮਾਰ ਕੇ ਆਏ ਲੰਘ ਜੂਗਾ, ਭਾਵੇਂ ਕੋਈ ਵੀ ਬੜੀ ਪੀਸਫੁਲ ਹੈ। ਤੇ ਅਸੀਂ ਕੈਨੇਡੀਅਨ ਗਵਰਨਮੈਂਟ ਨਾਲ ਖੜਦੇ ਹਾਂ, ਕੈਨੇਡਾ ਦੇ ਬਿਆਨ ਨਾਲ ਖੜਦੇ ਹਾਂ ਨਿੱਜਰ ਦੇ ਮਾਮਲੇ ਤੋਂ ਬਾਅਦ, ਕਿਉਂਕਿ ਉਹਨਾਂ ਨੇ ਕਿਹਾ ਵੀ ਅਮਰੀਕਨ ਏਜੰਸੀਜ਼ ਨੇ ਅਲਰਟ ਕੀਤਾ ਸੀ, ਐਡਵਾਈਜ਼ਰੀ ਦਿੱਤੀ ਸੀ ਨਿੱਜਰ ਨੂੰ ਵੀ ਇਹ ਕੁਛ ਹੋ ਸਕਦਾ। ਪੱਕੇ ਸਬੂਤ ਨੇ, ਸਾਰੇ ਸਬੂਤਾਂ ਦੇ ਵਿੱਚ ਜਿਹੜਾ ਜਿਸ ਢੰਗ ਦੇ ਨਾਲ ਭਾਰਤੀ ਮੀਡੀਆ ਦਾ ਰੋਲ ਆ ਰਿਹਾ। ਹੁਣ ਕਹਿੰਦੇ ਵੀ ਸੂਈ ਤਵਾ ਚੱਕ ਕੇ, ਉਹ ਤਵਾ ਆਟੋਮੈਟਿਕ ਤਵਾ ਬਦਲਣ ਵਾਲੀ ਮਸ਼ੀਨ ਨਹੀਂ ਹੁੰਦੀ ਸੀ ਪਹਿਲਾਂ, ਹੁਣ ਉਹ ਸੂਈ ਚੱਕ ਕੇ ਪਾਕਿਸਤਾਨ ਦੀ ਬਜਾਏ ਹੁਣ ਕੈਨੇਡਾ ਤੇ ਰੱਖ ਲਈ ਆ। ਲਗਾਤਾਰ ਲੱਗੇ ਖੜੇ ਕੈਨੇਡਾ ਨੂੰ ਇੱਕ ਟੈਰਰਿਸਟ ਸਟੇਟ ਡਿਕਲੇਅਰ ਕਰਾਉਣ ਦੇ ਵੀ ਅੱਤਵਾਦੀਆਂ ਦਾ ਦੇਸ਼ ਹੈ ਇਹ। ਨਹੀਂ, ਜਿੱਥੋਂ ਤੱਕ ਕੈਨੇਡਾ ਦੀ ਡੈਮੋਕ੍ਰੇਸੀ ਦਾ ਸਵਾਲ ਹੈ ਦਾਨੇ ਵਾਲੀ ਸਭ ਤੋਂ, ਕੈਨੇਡਾ ਜੇ ਆਪਾਂ ਕਹੀਏ ਤਾਂ ਕੈਨੇਡਾ ਇਕੱਲਾ ਹੁਣ ਗੋਰਿਆਂ ਦਾ ਦੇਸ਼ ਨਹੀਂ ਨਾ, ਉੱਥੇ ਲਗਭਗ ਕਾਸਮੋਪੋਲੀਟਨ ਹੋ ਗਿਆ। ਹਾਂ, ਸਾਰੀ ਦੁਨੀਆ ਦੇ ਵਿੱਚੋਂ ਲੋਕ ਉੱਥੇ ਆ ਕੇ ਰਹਿੰਦੇ ਹੈ। ਭਾਰਤ ਦੇ ਵਿੱਚ ਵੀ ਜਿਹੜੀ ਹੈ ਆਪਣੇ ਸਿੱਖ ਭਾਈਚਾਰੇ ਦੀ ਆਬਾਦੀ 2% ਹੀ ਕਹਿੰਦੇ, ਤੇ ਕੈਨੇਡਾ ਦੇ ਵਿੱਚ ਵੀ 2% ਤੋਂ ਥੋੜੀ ਜਿਹੀ ਵੱਧ ਹੈ ਜੀ। ਉੱਥੇ ਸਿੱਖ ਵੀ ਹੈਗੇ, ਉੱਥੇ ਹਿੰਦੂ ਵੀ ਹੈਗੇ ਹੈ, ਉੱਥੇ ਦੂਜੇ ਲੋਕ ਵੀ ਹੈਗੇ, ਚੀਨੀ ਵੀ ਹੈਗੇ, ਸਾਰੇ ਹੈਗੇ। ਉਹਨਾਂ ਨੇ ਇੱਕ ਵਿਲੱਖਣ ਕਿਸਮ ਦਾ ਆਪਣਾ ਸਿਸਟਮ ਬਣਾਇਆ ਹੋਇਆ ਕਿ ਹਰ ਬੰਦੇ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਹੈ। ਉੱਥੇ ਜੋ ਮਰਜ਼ੀ ਹੈ ਬੰਦਾ ਆਪਣੀ ਗੱਲ ਕਹੇ, ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰੇ, ਉਹਨੂੰ ਬੋਲਣ ਦੀ ਆਜ਼ਾਦੀ ਵੀ ਹੈ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਵੀ ਹੈ ਜੀ। ਔਰ ਸਾਡੇ ਲੋਕ ਜਿਹੜੇ ਹੈਗੇ ਇੱਥੋਂ ਗਏ ਹੈ, ਕਿਉਂਕਿ ਜਿਹੜੇ ਸਾਡੇ ਲੋਕ ਗਏ ਹੈ ਇਹ ਉਹ ਲੋਕ ਹੈ ਜਿਹੜੇ ਸਿਸਟਮ ਦੇ ਤਪਾਏ ਹੋਏ ਗਏ। ਕੁਛ ਲੋਕ ਜਿਹੜੇ ਹੈਗੇ ਆ ਉਹ ਕ੍ਰਾਈਮ ਦੇ ਵਿੱਚ ਪੈ ਗਏ ਸੀ, ਕੁਛ ਲੋਕਾਂ ਨੂੰ ਕ੍ਰਾਈਮ ਇਸ ਕਰਕੇ ਅਡੋਪਟ ਕਰਨਾ ਪਿਆ ਕਿਉਂਕਿ ਉਹਨਾਂ ਨਾਲ ਜ਼ਿਆਦਤੀਆਂ ਹੋਈਆਂ। ਜਦੋਂ ਲੋਕ ਉੱਥੇ ਜਾਂਦੇ ਆ, ਉੱਥੇ ਜਾ ਕੇ ਉਹ ਦੇਖਦੇ ਆ ਤੇ ਉਹ ਵੀ ਖੁੱਲੀ ਆਜ਼ਾਦੀ ਹੈ ਤੇ ਇੱਥੇ ਆਪਾਂ ਕਿਉਂ ਨਾ ਬੋਲੀਏ। ਮੋਰ ਓਵਰ ਜਿਹੜੀ ਨਵੀਂ ਪੀੜ੍ਹੀ ਹੈ, ਜੋ ਨਵੀਂ ਪੀੜ੍ਹੀ ਨੂੰ ਉੱਥੇ 12 ਵੀ ਗਾਈਆਂ ਜਾਂਦੀਆਂ ਤੇ ਉੱਥੇ ਭਾਸ਼ਣ ਵੀ ਹੁੰਦੇ ਆ ਕਿ ਬੀਤੇ ਦੇ ਵਿੱਚ ਆਹ ਕੁਛ ਹੁੰਦਾ, ਕੁਛ ਹੈ, ਉਹਦੇ ਨਾਲ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਉਤਸ਼ਾਹ ਮਿਲਦਾ ਹੈ। ਇਹ ਠੀਕ ਹੈ ਕਿ ਕੁਛ ਲੋਕ ਅਜਿਹੇ ਹੈ ਜਿਨ੍ਹਾਂ ਨੇ ਇੱਥੇ ਕ੍ਰਾਈਮ ਕੀਤਾ ਤੇ ਉਹਨਾਂ ਨੇ ਉਹਨਾਂ ਦਾ ਫਾਇਦਾ ਉਠਾਇਆ, ਉਹਨਾਂ ਦਾ ਫਾਇਦਾ ਚੁੱਕਿਆ, ਜਾ ਕੇ ਉੱਥੇ ਬਹਿੰਦੇ ਆ, ਬੈਠ ਕੇ ਉਹ ਕਹਿੰਦੇ ਵੀ ਸਾਨੂੰ ਤਾਂ ਆਜ਼ਾਦੀ ਹੈ, ਸਾਨੂੰ ਛੇਤੀ ਕੀਤੇ ਵਾਪਸ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਕਾਇਦਾ ਕਾਨੂੰਨ ਹੈ। ਇਹ ਕਾਇਦਾ ਕਾਨੂੰਨ ਇਕੱਲਾ ਭਾਰਤ ਵਾਸਤੇ ਨਹੀਂ ਜੀ, ਇਹ ਬਾਕੀ ਸਾਰੀ ਦੁਨੀਆ ਸਾਰਿਆਂ ਲਈ ਹੈ, ਦੁਨੀਆ ਵਾਸਤੇ ਹੈ। ਹੁਣ ਉੱਥੋਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਟਰੂਡੋ ਸਾਹਿਬ, ਉਹ ਇੱਥੇ ਆਏ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇੱਥੇ ਸ਼ਿਸ਼ਟਾਚਾਰ ਦੇ ਨਾਤੇ ਜਿਸ ਕਿਸਮ ਦੀ ਉਹਨਾਂ ਦੀ ਆਓ ਭਗਤ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਉਹਨਾਂ ਦੀ ਮੋਦੀ ਸਾਹਿਬ ਨਾਲ ਕੀ ਗੱਲ ਹੋਈ ਹੈ ਕੀ ਨਹੀਂ ਹੋਈ, ਇਹ ਉਹ ਕਹਿੰਦੇ ਜੀ ਮੈਂ ਆਪਣੀ ਗੱਲ ਦੱਸਦੀ ਸੀ
ਪਰ ਉਹਦੀ ਪੁਸ਼ਟੀ ਕਰਦੇ ਆ ਅਮਰੀਕਾ ਦੇ ਪ੍ਰੈਜ਼ੀਡੈਂਟ। ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਇੱਥੇ ਮੀਡੀਆ ਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਜੀ, ਔਰ ਉਹ ਕਹਿੰਦੇ ਆਪਣੇ ਜਿਹੜੇ ਹੈਗੇ ਮੀਡੀਆ ਇੰਚਾਰਜ ਕਿ ਇਹਨਾਂ ਨੂੰ ਕਹਿ ਦਿਓ ਮੈਂ ਵੀਅਤਨਾਮ ਆਊਂਗਾ ਤੇ ਉੱਥੇ ਆ ਕੇ ਗੱਲ ਕਰੂੰ। ਉੱਥੇ ਵੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਹੀ ਹੈ। ਜਿਹੜੀ ਸਭ ਤੋਂ ਵੱਡੀ ਗੱਲ ਕਹੀ ਹੈ ਵਾਇਡਨ ਸਾਹਿਬ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਤੇ ਜ਼ਮੀਰ ਦੀ ਆਜ਼ਾਦੀ ਦੀ। ਇਹਦਾ ਮਤਲਬ ਜੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਤਾਂ ਉਹਨਾਂ ਦੇ ਕੋਲੇ ਵੀ ਸੀ। ਹੁਣ ਹੌਲੀ ਹੌਲੀ ਜਦੋਂ ਪਰਤਾਂ ਖੁੱਲਣ ਲੱਗ ਗਏ ਉਹਨੇ ਆਪਣੀ ਪਾਰਲੀਮੈਂਟ 'ਚ ਜਾ ਕੇ ਬੋਲਤਾ। ਇੱਕ ਗੱਲ ਤਾਂ ਦਾਨੇਲੀਆ ਸਾਹਿਬ, ਸਾਡਾ ਤੇ ਉਹਨਾਂ ਦਾ ਫਰਕ ਹੈ ਜੀ। ਆਪਾਂ ਜੇ ਹੈਗੇ ਆ ਭਾਵੇਂ ਪਾਰਲੀਮੈਂਟ ਹੋਵੇ ਤੇ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਵੀ ਝੂਠ ਬੋਲ ਦਿੰਦੇ ਹਾਂ, ਲੇਕਿਨ ਉੱਥੇ ਜੇ ਕੁਝ ਕਿਹਾ ਗਿਆ ਉਹ ਰਿਕਾਰਡ ਬਣਦਾ ਤੇ ਉਹਦਾ ਖਮਿਆਜਾ ਵੀ ਭੁਗਤਣਾ ਪੈਂਦਾ ਜੇ ਗਲਤ ਕਿਹਾ ਜੀ। ਜੇ ਜੋ ਬਾਈਡਨ ਨੇ ਕਿਹਾ ਹੈ ਕਿ ਮਿਸਟਰ ਹਰਦੀਪ ਸਿੰਘ ਨਿੱਜ਼ਰ ਦਾ ਮਰਡਰ ਹੋਇਆ ਹੈ ਔਰ ਇੰਡੀਅਨ ਸਟੇਟ ਦੀ ਇਹਦੇ ਵਿੱਚ ਇਨਵੋਲਵਮੈਂਟ ਹੈ, ਉਹਨਾਂ ਦੇ ਜਿਹੜੇ ਹੈਗੇ ਹੈ ਏਜੰਸੀਆਂ ਉਹਨਾਂ ਦੇ ਇਨਵੋਲਵਮੈਂਟ ਹੈ, ਉਹਨੇ ਕੁਝ ਸੋਚ ਕੇ ਕਿਹਾ ਹੋਣਾ। ਫਿਰ ਜਿਹੜੀ ਹੈਗੀ ਆ 5 ਆਈਜ਼ ਵਾਲੇ ਪੰਜੇ ਮੁਲਕ ਉਹ ਵੀ ਉਹਨਾਂ ਦੇ ਨਾਲ ਖਲੋਤੇ। ਹੁਣ ਪਤਾ ਲੱਗਿਆ ਕਿ ਸਾਡੇ ਵਿਦੇਸ਼ ਮੰਤਰੀ ਸਾਹਿਬ ਨਿਊਯਾਰਕ ਗਏ ਹੋਏ ਹੈ। ਗੱਲ ਭਾਵੇਂ ਗਏ ਕਿਸੇ ਹੋਰ ਕੰਮ ਵਾਸਤੇ, ਸ਼ਾਇਦ ਉਹ ਪੈਚਅਪ ਵਾਲੇ ਮਾਮਲੇ 'ਚ ਹੋਏ ਹੋਣਗੇ। ਇੰਟਰਨੈਸ਼ਨਲ ਸਿਚੁਏਸ਼ਨ ਜਿਹੋ ਜਿਹੀ ਹੈਗੀ ਉਹਦੇ 'ਚ ਇਹ ਹੈ ਕਿ ਭਾਰਤ ਦਾ ਵੀ ਇੱਕ ਰੋਲ ਹੈ, ਉਹ ਆਪਣੇ ਥਾਂ 'ਤੇ। ਪਰ ਦੂਜੇ ਪਾਸੇ ਨਾ ਭਾਰਤ ਵਾਲੇ ਪਾਸੋਂ ਇਹ ਗੱਲ ਕਹੀ ਗਈ ਹੈ ਕਿ ਜੀ ਉੱਥੇ ਜਿਹੜੀ ਹੈ ਪਨਾਹ ਦਿੱਤੀ ਜਾ ਰਹੀ ਹੈ ਅਪਰਾਧੀਆਂ ਨੂੰ। ਉਹਦੇ 'ਚ ਮੈਂ ਸਮਝਦਾ ਕਿ ਥੋੜ੍ਹਾ ਕੈਨੇਡਾ ਵਾਲਿਆਂ ਨੇ ਆਪਣੀ ਇੰਪਰੂਵਮੈਂਟ ਕੀਤੀ ਹੈ। ਤੁਸੀਂ ਦੇਖੋ ਕਿ ਉੱਥੇ ਜਿਹੜੀ ਸਰੀ ਦੇ ਵਿੱਚ ਗੁਰੂ ਘਰ ਹੈ, ਉਸ ਗੁਰੂ ਘਰ ਦੇ ਵਿੱਚ ਵੱਡੇ ਵੱਡੇ ਸਾਰੇ ਥਾਵਾਂ 'ਤੇ ਲੱਗੇ ਹੋਏ ਹੈ ਜਿੱਥੇ ਸਾਡੇ ਜਿਹੜੇ ਡਿਪਲੋਮੈਟ ਹੈ ਉਹਨਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਸੀ ਕਿ ਇਹਨਾਂ ਬੰਦੇ ਨੇ ਆਹ ਕੁਛ ਕੀਤਾ ਜੀ, ਇਹਨਾਂ ਦੀ ਮੁਰਦਾਬਾਦ। ਉਹ ਮਤਲਬ ਕਿਸਮ ਦੀ ਥ੍ਰੈਟ ਸੀਗੀ। ਹੁਣ ਇਹ ਪਤਾ ਲੱਗਿਆ ਕਿ ਕੈਨੇਡਾ ਵਾਲਿਆਂ ਨੇ ਉਹਨਾਂ ਨੂੰ ਲਹਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਸਾਡੇ ਵਾਲੇ ਪਾਸੇ ਇਹ ਆ ਗਿਆ ਸੀਗਾ ਜੀ, ਉਹਨਾਂ ਨੇ ਸਾਡਾ ਡਿਪਲੋਮੈਟ ਕੱਢਤਾ, ਅਸੀਂ ਉਹਨਾਂ ਦਾ ਕੱਢਤਾ। ਸਾਡੇ ਇੱਕ ਹੋਰ ਵਾਅਦਾ ਕਰਤਾ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਅਸੀਂ ਉਹਨਾਂ ਨੂੰ ਵੀਜ਼ਾ ਨਹੀਂ ਦੇਵਾਂਗੇ। ਉਹਦੇ ਨਾਲ ਤਾਂ ਦਾਨੇਲੀਆ ਸਾਹਿਬ ਜਿਨ੍ਹਾਂ ਦੀਆਂ ਧੀਆਂ ਭੈਣਾਂ ਦੇ ਵਿਆਹ ਰੱਖੇ ਆ, ਕਾਰਜ ਰੱਖੇ ਆ, ਜੇ ਭਾਵੇਂ ਰਹਿੰਦੇ ਕੈਨੇਡਾ ਦੇ ਵਿੱਚ ਸਾਰੇ ਕੁਛ ਇੱਥੇ ਹੀ ਆਉਂਦੇ। ਹੁਣ ਮੇਰੇ ਦੋਸਤ ਆ ਇੱਕ, ਅਸੀਂ ਪਾਕਿਸਤਾਨ ਜਾਣ ਦੀ ਯੋਜਨਾ ਬਣਾਉਂਦੇ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਚੱਲੀਏ ਪਾਕਿਸਤਾਨ। ਕਹਿੰਦਾ ਯਾਰ ਹੁਣ ਕਿਵੇਂ ਕਰੀਏ? ਮੈਂ ਕੀ ਗੱਲ? ਕਹਿੰਦੇ ਵਿਆਹ ਆਉਣਾ। ਮੈਂ ਕਿਹਾ ਵਿਆਹ ਕਦੋਂ ਦਾ? ਕਹਿੰਦੇ ਨਵੰਬਰ ਦੇ ਉਹਨਾਂ ਦਿਨਾਂ 'ਚ ਹੀ ਹੈ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੁੰਦਾ ਹੈ। ਮੈਂ ਕਿਹਾ ਫਿਰ ਕੀ ਆ? ਕਹਿੰਦਾ ਅਪਲਾਈ ਤਾਂ ਕਰਾਂਗੇ। ਮੈਂ ਜਦੋਂ ਤੈਨੂੰ ਪਤਾ ਫਿਰ ਅਪਲਾਈ ਕਿਉਂ ਕਰੇਗਾ? ਕਹਿੰਦਾ ਸ਼ਾਇਦ ਪਿੱਛੇ ਹੀ ਪੈ ਜੇ। ਮੈਂ ਕਿਹਾ ਪਿੱਛੇ ਕਿਵੇਂ ਪੈ ਜੇ? ਕਹਿੰਦਾ ਹੁਣ ਜਦੋਂ ਇਹਨਾਂ ਨੇ ਵੀਜ਼ੇ ਨਹੀਂ ਦੇਣੀ ਉਹਨਾਂ ਨੂੰ। ਉਹ ਫਿਰ ਆ ਗਿਆ ਸੀ ਵੀ OCI ਵਾਲਿਆਂ ਨੂੰ। ਹੁਣ OCI ਵਾਲਿਆਂ ਦਾ ਆ ਗਿਆ ਵੀ OCI ਕਾਰਡ ਜਿਹਦੇ ਕੋਲ ਹੈਗੇ ਹੈ। ਪਹਿਲਾਂ ਤਾਂ ਸੀ ਕਿ ਸ਼ਾਇਦ ਉਹਨਾਂ ਨੂੰ ਵੀ ਕੋਈ ਪਾਬੰਦੀ ਦਾ ਸਾਹਮਣਾ ਕਰੇ। ਫਿਰ ਆ ਗਈ ਕਲੈਰੀਫਿਕੇਸ਼ਨ ਕਿ ਨਹੀਂ। ਪਰ ਉਹਨੇ ਇੱਕ ਨਵੀਂ ਗੱਲ ਆ ਗਈ ਕਿ ਕੁਝ ਲੋਕਾਂ ਕੋਲੇ ਜਿਨ੍ਹਾਂ ਕੋਲੇ OCI ਹੈਗੇ ਕਾਰਡ ਹੈ ਉਹ ਵੀ ਰੱਦ ਕਰਨ ਦੀ ਸਕੀਮ ਕੀਤੀ ਜਾ ਰਹੀ ਹੈ। ਇਹਦੇ ਮਤਲਬ ਪਿਕ ਐਂਡ ਚੂਜ਼ ਕਰਨਗੇ ਜਿਹੜੇ ਹਿੰਦੂ ਕਮਿਊਨਿਟੀ ਦੇ ਤੇ ਹੋਰ ਆ ਉਹਨਾਂ ਦੇ ਰੱਖੇ ਜਾਣਗੇ, ਸਿੱਖਾਂ ਦੇ ਕੈਂਸਲ ਕੀਤੇ ਜਾਣਗੇ। ਉਹ ਨਾਲ ਜਿਹੜੀ ਪਲੀ ਲੈਂਦੇ ਆ ਨਾ, ਇਹ ਨਹੀਂ ਕਹਿੰਦੇ ਵੀ ਸਿੱਖਾਂ ਦਾ ਕਰਕੇ ਰੱਖੇ ਜਾਣਗੇ। ਇਹ ਕਹਿੰਦੇ ਕਿ ਜਿਹੜੇ ਲੋਕ ਉੱਥੇ ਖਾਲਿਸਤਾਨੀ ਮੂਵਮੈਂਟ ਨਾਲ ਜੁੜੇ ਹੋਏ ਜਾਂ ਜਿਹੜੇ ਟੈਰਰਿਸਟਾਂ ਦੇ ਨਾਲ ਜੁੜੇ ਹੋਏ ਉਹਨਾਂ ਦੀ ਗੱਲ ਹੈ। ਪਰ ਜੇ ਆਪਾਂ ਆਸਟ੍ਰੇਲੀਆ ਵਾਲੀ ਗੱਲ ਦੇਖੀ ਜੀ, ਆਸਟ੍ਰੇਲੀਆ ਦਾ ਜਮਾ ਹੀ ਨੰਗਾ ਨਾ, ਆਸਟ੍ਰੇਲੀਆ ਦੇ ਵਿੱਚ ਜਮਾ ਨੰਗਾ। ਹੁਣ ਜੇ ਆਪਾਂ RSS ਨੂੰ ਦੇਖੀਏ, RSS ਜਿੱਥੇ ਵੀ ਕਿਤੇ ਆਪਰੇਟ ਕਰਦੀ ਹੈ, ਚਾਹੇ ਉਹ ਦੇਸ਼ ਦੇ ਵਿੱਚ ਕਰੇ ਚਾਹੇ ਉਹ ਦੇਸ਼ ਦੇ ਬਾਹਰ ਕਰੇ, ਉੱਥੇ ਵੀ ਤਾਂ ਉਹ ਮਤਲਬ ਟੈਨਸ਼ਨ ਤਾਂ ਉਹੀ ਕਮਿਊਨਲ ਟੈਨਸ਼ਨ ਹੀ ਪੈਦਾ ਕਰਦੇ। ਗ੍ਰਾਮ ਸਟੇਨ ਜਿੱਥੇ ਉੜੀਸਾ ਦੇ ਵਿੱਚ ਆਇਆ ਸੀ, 2 ਬੱਚਿਆਂ ਸਮੇਤ ਜਿੰਦਾ ਨੂੰ ਸਾੜਤਾ ਸੀ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹਦੇ ਨਾਲ ਜਿਹੜੀ ਹੈਗੀ ਹੈ ਅਨਰੈਸਟ ਵੀ ਫੈਲਦੀ ਹੈ ਔਰ ਸਰਕਾਰ ਪ੍ਰਤੀ ਨਫ਼ਰਤ ਵੀ ਫੈਲਦੀ ਹੈ। ਤੇ ਇੱਕ ਗੱਲ ਸਰਕਾਰ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬ ਹੁਣ ਪੰਜਾਬ ਨਹੀਂ ਰਿਹਾ ਅੰਮ੍ਰਿਤਸਰ ਤੋਂ ਲੈ ਕੇ ਅੰਬਾਲੇ ਵਾਲਾ ਜਾਂ ਇੱਧਰੋਂ ਡਾਬਲੀ ਵਾਲਾ। ਇਹ ਪੰਜਾਬ ਜਿਹੜਾ ਹੈਗਾ, ਮੈਂ ਬੜਾ ਸਹਿਮਤ ਹਾਂ ਉਹਨਾਂ ਦੇ ਨਾਲ, ਸਰਦਾਰ ਜਗਤਾਰ ਸਿੰਘ ਹੋਰਾਂ ਨਾਲ, ਬੜੇ ਤਕੜੇ ਜਰਨਲਿਸਟ ਹੈ, ਸੀਨੀਅਰ ਜਰਨਲਿਸਟ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਹੁਣ 3 ਬਣ ਗਏ। ਇੱਕ ਚੜ੍ਹਦਾ ਪੰਜਾਬ, ਇੱਕ ਲਹਿੰਦਾ ਪੰਜਾਬ ਤੇ ਇੱਕ ਓਵਰਸੀਜ਼ ਪੰਜਾਬ। ਜਿਹੜਾ ਓਵਰਸੀਜ਼ ਪੰਜਾਬ ਆ ਉਹਨਾਂ ਲੋਕਾਂ ਦੀ ਜਿਹੜੀ ਹੈਗੀ ਸੋਚ ਤੇ ਸਾਡੀ ਸੋਚ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਅਸੀਂ ਜਿੱਥੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਰਹਿੰਦੇ ਅਸੀਂ ਇੱਥੇ ਬਹੁਤਾ ਬੋਲ ਨਹੀਂ ਸਕਦੇ। ਚਲੋ ਆਪਾਂ ਬੋਲੀ ਜਾਂਦੇ, ਪਤਾ ਨਹੀਂ ਕਿਹੜੇ ਵੇਲੇ ਘੰਡੀ ਦੱਬ ਲੈਣਾ, ਪਰ ਉੱਥੇ ਉਹਨਾਂ ਨੂੰ ਇਹ ਜਿਹੜੀ ਹੈਗੀ ਹੈ ਖੁੱਲ੍ਹ ਹੈਗੀ ਹੈ ਕਿ ਉਹ ਆਪਣੀ ਗੱਲ ਕਹਿਣ ਵੀ ਤੇ ਕਹੀ ਵੀ ਜਾਂਦੀ ਤੇ ਉਹਨਾਂ ਦੀ ਗੱਲ ਸੁਣੀ ਵੀ ਜਾਂਦੀ ਹੈ। ਸਾਰੀ ਦੁਨੀਆ 'ਚ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ। ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਮਾਮਲੇ ਨੂੰ ਨਿਪਟਾਓ। ਜੋ ਵੀ ਗੁਨਾਹਗਾਰ ਹੈਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਕੱਲਾ ਤੁਸੀਂ ਇਹ ਵੀ ਇੱਕ ਮਰਿਆ ਸੱਪ ਗੱਲ ਦੇ ਵਿੱਚ ਪਾ ਕੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਨਾ ਸਿਆਪੇ ਪਾਓ। ਜੀ ਬਿਲਕੁਲ ਢਿੱਲੋਂ ਸਾਹਿਬ, ਹੁਣ ਇਹ ਗੱਲ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਨਾਲ ਵੀ ਜਿਹੜਾ ਕਿਤੇ ਇਹ ਤਾਂ ਨਹੀਂ ਔਖੇ ਵੀ ਦੇਖੋ ਵੀ ਜਿਵੇਂ ਕੋਈ ਗੱਲ ਹੁੰਦੀ ਹੈ, ਜੇ
ਸਿੱਖ ਕਮਿਊਨਿਟੀ ਨੂੰ ਦਬਾਉਣ ਦੀ ਕੋਸ਼ਿਸ਼ ਤਾਂ ਨਹੀਂ ਕਿਸੇ ਤਰੀਕੇ ਦਾ। ਜੇ ਕਿਸਾਨ ਅੰਦੋਲਨ ਜਿੱਤਿਆ ਤਾਂ ਸਿੱਖਾਂ ਦੀ ਪੱਗ ਫਿਰ ਮੁੜ ਸਿਰ ਤੇ ਟਿਕੀ, ਸਾਰਾ ਹਿੰਦੁਸਤਾਨ ਭਾਰਤ ਮੰਨਣ ਲੱਗਿਆ ਉਹਨਾਂ ਨੂੰ। ਦੁਨੀਆ ਦੇ ਵਿੱਚ ਜੇਕਰ ਗੱਲ ਕਰੀਏ, ਅੱਜ ਅਮਰੀਕਾ ਦੇ ਵਿੱਚ ਸਾਡੇ ਸਿੱਖ ਪੋਲੀਟੀਸ਼ੀਅਨ ਕਿੰਨੇ ਮਜ਼ਬੂਤ ਨੇ, ਕੈਨੇਡਾ 'ਚ ਤਾਂ ਸਾਡੇ ਮੰਤਰੀ ਕਿੰਨੇ ਨੇ, ਇੰਗਲੈਂਡ ਦੇ ਵਿੱਚ ਸਾਡੇ ਕਿੰਨੇ ਨੇ। ਸੋ ਕਿਤੇ ਨਾ ਕਿਤੇ ਇਹ ਚੀਜ਼ ਚੁੱਭਦੀ ਹੈ ਕਿ ਭਾਰਤ ਦੇ ਵਿੱਚ ਸਾਡੇ ਕੋਲ ਕਿਹੜਾ ਮੰਤਰੀ ਹੈ, ਇੱਕ ਜਿੱਥੋਂ ਦੇ ਅਸੀਂ ਬਸ਼ਿੰਦੇ ਘਵਾਉਣੇ ਆ। ਇਹ ਚੀਜ਼ਾਂ ਕਿਤੇ ਜੇ ਆਮ ਆਦਮੀ ਪਾਰਟੀ ਸੀ ਜਿਹਨੂੰ ਅਸੀਂ ਕਹਿੰਦੇ ਕਿ ਜਿਹਦਾ ਨਾੜੂਆ RSS ਨਾਲ ਜੁੜਿਆ, ਉਹਨੇ ਜਿਹੜਾ ਦਿੱਲੀ 'ਚ ਇੱਕ ਸਾਡਾ ਸੀਗਾ MLA, ਉਹਨੂੰ ਵੀ ਲਿਆ ਕੇ ਵਿਚਾਰੇ ਨੂੰ ਕਿਵੇਂ ਰੋੜਤਾ, ਜਰਨੈਲ ਸਿੰਘ ਨੂੰ। ਬਿਲਕੁਲ ਉਹਨੂੰ ਮੁੜ ਕੇ ਉਹਨੂੰ ਦਵਾਈ ਨਾ ਜਰਨੈਲ ਸਿੰਘ ਤਾਂ ਦਵਾਈ ਵੀ ਨਹੀਂ ਦਿੱਤੀ ਵਿਚਾਰਾ, ਕਰੋਨਾ ਚ ਮਰ ਗਿਆ ਵਿਛੋੜਾ ਦੇ ਗਿਆ। ਇਹਦੇ ਨਾਲ ਜਿਹੜੀ ਦਾਨੇ ਵਾਲੀ ਸਾਹਿਬ ਦੋ ਗੱਲਾਂ ਹੈ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ, ਇਹਦੇ 'ਚ ਜੇ ਆਪਾਂ ਕੰਪੇਅਰ ਕਰੀਏ ਭਾਰਤ ਦੀ ਆਬਾਦੀ ਸਿੱਖਾਂ ਦੀ ਤੇ ਕੈਨੇਡਾ ਦੀ ਆਬਾਦੀ ਸਿੱਖਾਂ ਦੀ, ਭਾਰਤ ਦੀ ਕੈਬਨਿਟ ਦੇ ਵਿੱਚ ਸਿੱਖਾਂ ਦੀ ਕੀ ਸਥਿਤੀ ਹੈ ਔਰ ਕੈਨੇਡਾ ਦੇ ਵਿੱਚ ਕੀ ਸਥਿਤੀ ਹੈ, ਉੱਥੋਂ ਦੀਆਂ ਜਿਹੜੀਆਂ ਹੈਗੀਆਂ ਸੂਬਾ ਸਰਕਾਰਾਂ ਉਹਨਾਂ ਦੇ ਵਿੱਚ ਸਿੱਖਾਂ ਦੀ ਕੀ ਸਥਿਤੀ ਹੈ, ਇਹ ਗੱਲ ਆਪਦੀ ਥਾਂ ਦਿੱਤੀ ਹੈ। ਹੁਣ ਜੇ ਆਪਾਂ ਇਹਨੂੰ ਨਾਲ ਅਗਲੀ ਗੱਲ ਦੇਖੀਏ, ਮੈਨੂੰ ਲੱਗਦੀ ਹੈ ਕਿ ਇਹ ਏਜੰਡਾ ਸੈੱਟ ਕੀਤਾ ਜਾ ਰਿਹਾ 2024 ਦਾ। ਮੈਂ ਤਾਂ ਉਸੇ ਦੀ ਗੱਲ ਕਰ ਰਿਹਾ, 2024 ਦਾ ਏਜੰਡਾ ਸੈੱਟ ਕੀਤਾ ਜਾ ਰਿਹਾ ਕਿ ਜਿਵੇਂ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੀਆਂ ਚੋਣਾਂ ਹੁੰਦੀਆਂ ਉੱਥੇ ਰਾਜੀਵ ਗਾਂਧੀ ਨੂੰ ਬਣਾ ਕੇ ਇਸ ਤਰ੍ਹਾਂ ਪੇਸ਼ ਕੀਤਾ ਸੀਗਾ ਕਿ ਇਹ ਤੋਂ ਵਧੀਆ ਤਾਂ ਮਤਲਬ ਜੀ ਹੋਰ ਕੋਈ ਹੈ ਨਹੀਂ, 400 ਤੋਂ ਵੱਧ ਸੀਟਾਂ ਲੈ ਗਏ ਸੀ। ਹੁਣ ਜਿਹੜਾ ਇਸ ਵੇਲੇ ਇੱਕ ਬਹੁਤ ਵੱਡਾ ਕ੍ਰਾਈਸਿਸ ਆਇਆ ਵਾ, ਉਸ ਕ੍ਰਾਈਸਿਸ ਨੂੰ ਕਵਰ ਅਪ ਕਰਨ ਵਾਸਤੇ ਸਿੱਖਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਇਹਨਾਂ ਦੇ ਨਾਲ ਨਹੀਂ। ਆਪਣੇ ਉਹ ਕਾਂਡ ਹੋ ਗਿਆ ਜੰਮੂ ਕਸ਼ਮੀਰ ਵਾਲਾ। ਹਾਂ ਜੰਮੂ ਕਸ਼ਮੀਰ ਵਾਲਾ। ਤੇ ਜੇ ਜਿਹੜਾ ਕੁਛ ਤੁਹਾਡਾ ਆਪਾਂ ਕਹਿੰਦੇ ਵੀ ਸਾਡੇ ਚਲੋ ਉੱਥੇ ਬੰਦਿਆਂ ਨਾਲ ਜ਼ਿਆਦਤੀ ਹੁੰਦੀ ਹੈ, ਉੱਥੋਂ ਬੰਦਿਆਂ ਨੂੰ ਬੈਠ ਕੇ ਟਾਰਗੇਟ ਕਿਲਿੰਗ ਹੋਈ। ਤੇ ਚਿੱਟੀ ਸਿੰਘਪੁਰਾ 'ਚ ਕੀ ਹੋਇਆ? ਚਿੱਟੀ ਸਿੰਘਪੁਰ ਵਾਲੇ ਨੂੰ ਕਿਹਨੂੰ ਸਜ਼ਾ ਮਿਲੀ? ਕਿਸੇ ਨੂੰ ਨਹੀਂ ਮਿਲੀ। ਇਸ ਕਰਕੇ ਗੱਲ ਤੁਹਾਡੀ ਸਹੀ ਹੈ ਜੀ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਨੂੰਹ ਤੋਂ ਬਾਅਦ ਇਹ ਵੀ ਡਰ ਗਏ ਨਾ। ਨੂੰਹ ਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਚਾਹੁੰਦੇ ਸੀ ਉਹ ਨਹੀਂ ਹੋਈ। ਲੋਕ ਸਿਆਣੇ ਹੋ ਗਏ। ਉੱਥੋਂ ਵੀ ਡਰ ਹੈ, ਉਹ ਪਤਾ ਹੈ, ਉਹ ਡਰ ਹੈ ਉਸ ਗੱਲ ਦਾ, ਉਹ ਚੱਲਦੀ ਨਹੀਂ ਗਈ। ਨੂੰਹ ਵਾਲੀ ਗੱਲ ਜਿਹੜੀ ਹੈ ਉਹ ਤਾਂ ਬਹੁਤ ਉਹਨਾਂ ਨੇ ਕਰਕੇ ਹੁਣ ਤੁਸੀਂ ਦੇਖੋ ਪਾਰਲੀਮੈਂਟ ਦੇ ਵਿੱਚ ਮਿਸਟਰ ਵਦੂੜੀ ਨੇ, ਉਹ ਜਿਹੜੇ ਹੈਗੇ ਇੱਕ BSP ਦੇ ਮੁਸਲਮਾਨ MP ਸੀ, ਉਹਨਾਂ ਬਾਰੇ ਸ਼ਰੇਆਮ ਗਾਲਾਂ ਕੱਢੀਆਂ। ਦੱਸੋ, ਪਾਰਲੀਮੈਂਟ ਦੇ ਵਿੱਚ ਸ਼ਰੇਆਮ ਗਾਲਾਂ ਕੱਢੀਆਂ। ਤੁਸੀਂ ਇਹ ਦੇਖੋ ਕਿ ਅਧੀਰ ਰੰਜਨ ਚੌਧਰੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਹੈ, ਜੇ ਉਹਨਾਂ ਨੇ ਕ੍ਰਿਟੀਸਾਈਜ਼ ਕਰ ਦਿੱਤਾ ਮਿਸਟਰ ਨਰਿੰਦਰ ਮੋਦੀ ਨੂੰ, ਪ੍ਰਾਈਮ ਮਿਨਿਸਟਰ ਨੂੰ, ਤੇ ਉਹਨੂੰ ਸਸਪੈਂਡ ਕਰਤਾ। ਤੇ ਇੱਥੇ ਸਪੀਕਰ ਸਾਹਿਬ ਕਹਿੰਦੇ ਤੈਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਮਿਸਟਰ ਵਦੂੜੀ, ਜੇ ਗਾਹ ਨੂੰ ਬੋਲਿਆ ਤਾਂ ਕਾਰਵਾਈ ਕਰਾਂਗੇ। ਜਿਹੜੀ ਉਹਨੇ ਮਤਲਬ ਉਹ ਕਿਹੜਾ ਸ਼ਬਦ ਹੈ ਜਿਹੜਾ ਨਹੀਂ ਇਸਤੇਮਾਲ ਕੀਤਾ, ਇੰਨੀ ਮਤਲਬ ਕਮਿਊਨਲ ਟੈਨਸ਼ਨ ਪੈਦਾ ਕਰਨ ਵਾਲੀ ਗੱਲ ਕੀਤੀ ਹੈ। ਇੱਕ ਭਾਈਚਾਰੇ ਦੇ ਪ੍ਰਤੀ ਆਪਣੀ ਨਫ਼ਰਤ ਦਾ ਮਤਲਬ ਜਿਹੜਾ ਹੈਗਾ ਪ੍ਰਗਟਾਵਾ ਕੀਤਾ ਜੀ। ਤੇ ਹੁਣ ਕਹਿੰਦੇ ਬ੍ਰਿਜ ਭੂਸ਼ਣ ਦਾ ਕਹਿੰਦੇ ਮਾਮਲਾ ਹੀ ਸਾਰਾ ਕਹਿੰਦੇ ਦਿੱਲੀ ਪੁਲਿਸ ਨੇ ਲੀਰਾਂ ਦੀ ਖੁੱਦੋਂ ਖੋਲ ਕੇ ਰੱਖਦੀ। ਕਹਿੰਦੇ ਵੀ ਇਹ ਕੰਜਰ ਨੇ ਕਹਿੰਦੇ ਕੋਈ ਮੌਕਾ ਹੀ ਨਹੀਂ ਛੱਡਿਆ ਧੀਆਂ ਭੈਣਾਂ ਦੀ ਇੱਜ਼ਤ ਰੋਲਣ ਦਾ। ਦੇਖੋ, ਉਹਨਾਂ ਨੇ ਕੌਮਾਂਤਰੀ ਟੂਰਨਾਮੈਂਟਾਂ ਦੀ ਗੱਲ ਕੀਤੀ ਹੈ ਜੀ, ਕਿ ਜਦੋਂ ਦੇਸ਼ ਤੋਂ ਬਾਹਰ ਟੂਰਨਾਮੈਂਟ ਹੁੰਦੇ ਸੀ, ਜਦੋਂ ਵੀ ਮੌਕਾ ਮਿਲਦਾ ਸੀ, ਇਹ ਉਸ ਵੇਲੇ ਜਿਹੜੀਆਂ ਹੈਗੀਆਂ ਧੀਆਂ ਭੈਣਾਂ ਨੂੰ, ਬੱਚੀਆਂ ਨੂੰ, ਸਾਡੀਆਂ ਨੂੰ ਜਿਨ੍ਹਾਂ ਨੇ ਤਗਮਾ ਗੇ ਲਿਆਂਦੇ ਹੈ ਜੀ, ਉਹਨਾਂ ਨੂੰ ਇਹਨੇ ਸ਼ਿਕਾਰ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ। ਜਿਨ੍ਹਾਂ ਧੀਆਂ ਭੈਣਾਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਤੁਸੀਂ ਮੇਰੀਆਂ ਬੇਟੀਆਂ ਹੋ, ਉਹਨਾਂ ਧੀਆਂ ਭੈਣਾਂ ਦੇ ਨਾਲ। ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹੀ ਧੀਆਂ ਭੈਣਾਂ ਜਦੋਂ ਆਪਣੇ ਇਨਸਾਫ ਹਾਸਲ ਕਰਨ ਵਾਸਤੇ ਜੰਤਰ ਮੰਤਰ ਤੇ ਬੈਠ ਗਏ ਸੀ, ਉਹਨਾਂ ਨਾਲ ਮਿਸਬਿਹੇਵ ਹੁੰਦਾ ਸੀ ਜੀ। ਜਦੋਂ ਪਾਰਲੀਮੈਂਟ ਦਾ ਜਿੱਦਣ ਉਦਘਾਟਨ ਹੋਇਆ ਤੇ ਉਹੀ ਧੀਆਂ ਭੈਣਾਂ ਬਰਾਬਰ ਜਾ ਕੇ ਪਾਰਲੀਮੈਂਟ ਦੇ ਜੀ ਅਸੀਂ ਆਪਣੀ ਪਾਰਲੀਮੈਂਟ ਜੋੜਦੇ ਹਾਂ ਤੇ ਉਹਨੂੰ ਖਿੱਚਿਆ ਕਿਵੇਂ ਸੀ? ਉਹਨਾਂ ਨੇ ਖਿੱਚ ਤੂ ਕੀਤੀ ਸੀ। ਅਗਲੀ ਗੱਲ ਇਹ ਹੈ ਕਿ ਹੁਣ ਪਾਰਲੀਮੈਂਟ ਦਾ ਸੈਸ਼ਨ ਹੋਇਆ ਜੀ, ਉਸੇ ਬ੍ਰਿਜ ਭੂਸ਼ਣ ਨੂੰ ਜਿਸ ਕਿਸਮ ਦਾ ਉੱਥੇ ਮਾਨ ਸਨਮਾਨ ਮਿਲਿਆ, ਜਿਵੇਂ ਉਹ ਸ਼ਰੇਆਮ ਵਿਚਰਦਾ ਹੈ, ਦਾਨੇ ਵਾਲੀ ਸਾਹਿਬ, ਫਿਰ ਇਹ ਤਾਂ ਗੱਲ ਤਾਂ ਸੋਚਣ ਵਾਲੀ ਹੈ ਜੀ। ਅਸੀਂ ਨਹੀਂ ਕਹਿੰਦੇ ਵੀ ਚਲੋ ਠੀਕ ਹੈ, ਕਾਨੂੰਨ ਤੁਹਾਨੂੰ ਜਿਹੜਾ ਹੈਗਾ ਉਹਨੂੰ ਇਜਾਜ਼ਤ ਦਿੰਦਾ ਕਿ ਉਹ ਪਾਰਲੀਮੈਂਟ ਦਾ ਮੈਂਬਰ ਰਹਿ ਸਕਦਾ, ਉਹਨੂੰ ਤੁਸੀਂ ਕੱਢ ਨਹੀਂ ਸਕਦੇ, ਜਬਰੀ ਕੱਢ ਨਹੀਂ ਸਕਦੇ। ਲੇਕਿਨ ਜਿਹੜੀ ਰੂਲਿੰਗ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਉਹ ਡਿਸਟੈਂਸ ਤਾਂ ਪੈਦਾ ਕਰ ਸਕਦੀ। ਬਿਲਕੁਲ। ਉਹ ਡਿਸਟੈਂਸ ਕਿਉਂ ਨਹੀਂ ਪੈਦਾ ਕੀਤਾ? ਇਹ ਇੱਕ ਵੱਡਾ ਸਵਾਲ ਹੈ, ਇਹ ਜਿਹੜਾ ਹੈਗਾ ਧਿਆਨ ਮੰਗਦਾ ਕਿ ਦੱਸੋ ਇਹਦੇ ਬਾਰੇ ਵੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।